हेलो फ्रेंड्स, आई एम फ्रॉम टारगेट इंग्लिश 2021 चैनल। ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪੀਟੀਈ ਰੀਡਿੰਗ ਸੈਕਸ਼ਨ ਬਾਰੇ। ਪੀਟੀਈ ਰੀਡਿੰਗ ਸੈਕਸ਼ਨ ਵਿੱਚ ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ, ਇਹਨਾਂ ਦੋਵਾਂ ਵਾਸਤੇ ਗੋਲਡਨ ਟਿਪਸ, ਟ੍ਰਿਕਸ, ਟੈਕਨੀਕਸ ਐਂਡ ਗ੍ਰਾਮਰ ਰੂਲਸ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਨ੍ਹਾਂ ਦੀ ਸਹਾਇਤਾ ਦੇ ਨਾਲ ਆਪ ਈਜ਼ਲੀ ਜਿਹੜਾ ਹੈਗਾ ਵਾ ਉਹ ਜੋ ਬਲੈਂਕਸ ਵਿੱਚ ਹੈਗਾ ਵਾ ਉਹ ਜਾਣ ਲਓਗੇ ਕਿ ਜਿਹੜਾ ਹੈਗਾ ਕਿਹੜੀ ਵਰਬ ਦੀ ਫਾਰਮ ਆਏਗੀ, ਥਰਡ ਫਾਰਮ ਆਏਗੀ, ਕਿਹੜੀ ਫਾਰਮ ਆਏਗੀ। ਇਹ ਸਭ ਆਪ ਜਿਹੜਾ ਹੈਗਾ ਵਾ ਸੌਖੇ ਤਰੀਕੇ ਨਾਲ ਆਪਸ਼ਨਾਂ ਨੂੰ ਦੇਖਦੇ ਹੋਏ ਜਿਹੜਾ ਹੈਗਾ ਵਾ ਉਹ ਜਿਹੜਾ ਪੁੱਟ ਕਰ ਸਕਦੇ ਆ, ਕਰੈਕਟ ਆਪਸ਼ਨ ਜਿਹੜੀ ਹੈਗੀ ਉਹ ਪੁੱਟ ਕਰ ਸਕਦੇ ਆ। ਹੁਣ ਗ੍ਰਾਮਰ ਰੂਲਸ ਜਿਹੜੇ ਮੈਂ ਇੱਕ ਪਹਿਲਾਂ ਵੀਡੀਓ ਪਾर्ट 1 ਬਣਾ ਚੁੱਕਾ ਹਾਂ ਪੀਟੀਈ ਰੀਡਿੰਗ टिप्स के बारे में। ਇੱਕ ਪਾर्ट ਮੈਂ ਉਹਦੇ ਵਿੱਚ ਮੈਂ ਜਿਹੜੇ ਹੈਗੇ ਆ ਪੀਟੀ ਦੇ ਬਾਰੇ ਸਭ ਕੁਝ ਕਵਰ ਕੀਤਾ ਹੈਗਾ, ਕਿੰਨੇ ਕੁਐਸਚਨ ਆਉਂਦੇ ਹੈਗੇ, ਕਿੰਨਾ ਟਾਈਮ ਮਿਲਦਾ ਹੈਗਾ ਵਾ, ਕਿੰਨਾ ਟਾਈਮ ਫਿਲ ਇਨ ਬਲੈਂਕਸ ਇੱਕ ਪੈਸੇਜ 'ਤੇ ਲਾਉਣਾ ਚਾਹੀਦਾ, ਇਹ ਸਾਰਾ ਮੈਂ ਉਹਦੇ ਵਿੱਚ ਡਿਸਕਸ ਕੀਤਾ ਸੀ। ਉਸ ਤੋਂ ਬਾਅਦ ਲਾਸਟ 'ਤੇ ਮੈਂ ਉਹਦੇ ਵਿੱਚ ਜਿਹੜਾ ਹੈਗਾ ਰੂਲ ਜਿਹੜੇ 5-7 ਜਿਹੜੇ ਹੈਗੇ ਰੂਲ ਕਵਰ ਕੀਤੇ ਸੀ ਪਾर्ट 1 ਵਿੱਚ। ਜੇ ਤੁਸੀਂ ਉਹ ਜਿਹੜਾ ਹੈਗਾ ਵਾ ਵੀਡੀਓ ਨਹੀਂ ਵੇਖੀ ਤੇ ਉਹਦਾ ਜਿਹੜਾ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ, ਤੇ ਜ਼ਰੂਰ ਉਹ ਵੀਡੀਓ ਵੀ ਦੇਖ ਲੈਣਾ। ਪੀਟੀ ਰੀਡਿੰਗ ਦੀ ਜਿਹੜੀ ਹੈਗੀ ਆ ਇਹ ਜਿਹੜੀ ਹੈ ਸੈਕਿੰਡ ਪਾਰਟ ਆ, ਇਹਦੇ ਵਿੱਚ ਜੋ ਬਾਕੀ ਬਚੇ ਹੈਗੇ ਆ ਗ੍ਰਾਮਰ ਰੂਲਸ ਉਹ ਸਾਰੇ ਆਪਾਂ ਜਿਹੜੇ 1 ਬਾਏ 1 ਡਿਸਕਸ ਕਰਾਂਗੇ। ਉਹ ਡਿਸਕਸ ਕਰਨ ਤੋਂ ਪਹਿਲਾਂ ਇੱਕ ਪੈਸੇਜ ਜਿਹੜਾ ਹੈਗਾ ਵਾ ਸਕਰੀਨ ਤੇ ਆਉਂਦਾ ਵਾ ਕਿ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਆ ਕਿ एजुकेशन एंड वेल बीइंग हैव ऑफन बीन। ਹੁਣ ਬੀਨ ਕੇ ਬਾਅਦ ਆਪਕੋ ਜਿਹੜੀ ਹੈਗੀ ਆ ਪਹਿਲੀ ਬਲੈਂਕਸ ਆਪਾਂ ਨੂੰ ਦਿੱਤੀ ਹੋਈ ਆ, ਜਾਂ ਜਿੱਥੇ ਇੱਕ ਲਿਖਿਆ ਹੋਇਆ ਹੈ ਉੱਥੇ ਬਲੈਂਕਸ ਹੈਗੀ ਆ ਫਸਟ, ਜਿੱਥੇ ਸੈਕਿੰਡ ਆ ਉੱਥੇ ਸੈਕਿੰਡ ਬਲੈਂਕਸ ਆ, ਥਰਡ ਜਿੱਥੇ ਉੱਥੇ ਥਰਡ ਬਲੈਂਕਸ, ਫੋਰਥ ਬਲੈਂਕਸ। ਹੁਣ 4 ਬਲੈਂਕਸ ਦਿੱਤੀਆਂ ਹੀ ਆਪਾਂ ਨੂੰ। ਇਹ ਜਿਹੜਾ ਪੈਸੇਜ ਆ ਫਿਲ ਇਨ ਬਲੈਂਕਸ ਰੀਡਿੰਗ ਦਾ ਜਿਹੜਾ ਹੈਗਾ ਵਾ ਉਹਦਾ ਹੈਗਾ ਏ। ਇੱਕ ਫਿਲ ਇਨ ਬਲੈਂਕਸ ਰੀਡਿੰਗ ਐਂਡ ਰਾਈਟਿੰਗ ਹੈ, ਉਹਦੇ ਵਿੱਚ ਆਪਾਂ ਨੂੰ ਇੱਕ ਲਈ 4 ਆਪਸ਼ਨ ਦਿੱਤੀਆਂ ਜਾਂਦੀਆਂ ਹੈ, ਪਰ ਇਹ ਫਿਲ ਇਨ ਬਲੈਂਕਸ ਰੀਡਿੰਗ ਦਾ ਜਿਹੜਾ ਹੈਗਾ ਪੈਸੇਜ ਆ ਇਹਦੇ ਵਿੱਚ ਆਪਾਂ ਨੂੰ ਇੱਕ ਬਲੈਂਕਸ ਜਿਹੜੀਆਂ ਕਿ 4ਵੇਂ ਬਲੈਂਕਸ ਨੂੰ ਕਵਰ ਕਰਨ ਲਈ ਆ ਸਾਰੀਆਂ ਥੱਲੇ ਆਪਸ਼ਨ ਦਿੱਤੀਆਂ ਜਾਂਦੀਆਂ, ਤੇ ਜਿਹੜੀਆਂ 4 ਆ ਸਹੀ ਆ ਉਹ ਇਹਨਾਂ 4 ਬਲੈਂਕਸ ਸੀ ਉਹਨਾਂ ਵਿੱਚ ਆਪਾਂ ਪੁੱਟ ਕਰਨੀ ਆ। ਇਹ ਜਿਹੜਾ ਪੈਸੇਜ ਮੈਂ ਲਿਆ ਹੈ ਜਿਹੜਾ ਹੈਗਾ ਵਾ 2021 ਜਿਹੜਾ ਹੈਗਾ ਵਾ 2021 ਦੇ ਵਿੱਚ ਜਿਹੜਾ ਰਿਪੀਟ ਹੋ ਚੁੱਕਾ ਹੈ ਪੈਸੇਜ, ਇਸ ਕਰਕੇ ਜਿਹੜਾ ਹੈਗਾ ਵਾ ਤਦ ਕਰਕੇ ਮੈਂ ਇਹਨੂੰ ਵੀਡੀਓ ਵਿੱਚ ਸ਼ਾਮਿਲ ਕੀਤਾ ਵਾ ਕਿ ਤੁਹਾਨੂੰ ਇਹ ਦੱਸਣ ਲਈ ਕਿ ਜਿਹੜਾ ਹੈਗਾ ਕਿਸ ਤਰ੍ਹਾਂ ਜਿਹੜੇ ਰੂਲ ਆ ਉਹ ਕੰਮ ਕਰਦੇ ਆ ਗ੍ਰਾਮਰ ਰੂਲ। ਹੁਣ ਸੈਕਿੰਡ ਬਲੈਂਕਸ ਵਿੱਚ ਵੇਖੀਏ, ਹੁਣ ਬੀਨ ਤੋਂ ਬਾਅਦ ਕੀ ਲੱਗੇਗਾ। ਹੁਣ ਜਾਂ ਤਾਂ ਈਡੀ ਫਾਰਮ ਵਾਲੀ ਜਿਹੜੀ ਹੈਗੀ ਵਰਬ ਲੱਗੇਗੀ, ਆਈਐਨਜੀ ਵਾਲੀ ਲੱਗੇਗੀ, ਨਾउन ਲੱਗੇਗਾ, ਵਰਬ ਲੱਗੇਗੀ, ਕੀ ਲੱਗੇਗਾ। ਅੱਗੇ ਆ ਦਾ ਆਈਡੀਆ ਡੈਟ ਐਜੂਕੇਸ਼ਨ ਕੈਨ ਪ੍ਰਮੋਟ ਇੰਡੀਵਿਜੂਅਲ ਵੈਲਬੀਇੰਗ ਇਨਡਾਇਰੈਕਟਲੀ ਬਾਏ, ਅੱਗੇ ਬਲੈਂਕਸ ਆ ਅਰਨਿੰਗ ਐਂਡ ਪ੍ਰਮੋਟਿੰਗ ਡੈਸ਼ ਮੋਬਿਲਿਟੀ। ਹੁਣ ਬਾਏ ਦੇ ਬਾਅਦ ਕੀ ਲੱਗੇਗਾ, ਵਰਬ ਦੇ ਨਾਲ ਆਈਐਨਜੀ ਫਾਰਮ ਲੱਗੇਗੀ ਜਾਂ ਥਰਡ ਫਾਰਮ ਲੱਗੇਗੀ, ਬਾਏ ਦੇ ਬਾਅਦ ਕੀ ਲੱਗੇਗਾ। ਫੋਰਥ ਬਲੈਂਕਸ ਆ ਉਹਦੇ ਵਿੱਚ ਵੀ ਬਾਏ ਤੋਂ ਬਾਅਦ ਹੀ ਆ। ਹੁਣ ਇਹ ਆਪਾਂ ਜਿਹੜੀ ਹੈਗਾ ਪੈਸੇਜ ਆ, ਜੇ ਤੁਸੀਂ ਗ੍ਰਾਮਰ ਰੂਲ ਜਾਣਦੇ ਹੋ ਫਿਰ ਤਾਂ ਤੁਸੀਂ ਜਿਹੜਾ ਹੈਗਾ ਵਾ ਇਹਨੂੰ ਕਵਰ ਕਰ ਲਓਗੇ ਸੌਖੇ ਤਰੀਕੇ ਨਾਲ। ਜੇ ਗ੍ਰਾਮਰ ਰੂਲ ਨਹੀਂ ਜਾਣਦੇ ਤਾਂ ਪਹਿਲਾਂ ਆਪਾਂ ਗ੍ਰਾਮਰ ਰੂਲਸ ਦੇ ਬਾਰੇ ਜਿਹੜੇ ਹੈਗੇ ਆ ਉਹ ਡਿਸਕਸ ਕਰਦੇ ਹਾਂ ਸਾਰੇ, ਉਸ ਤੋਂ ਬਾਅਦ ਦੁਬਾਰਾ ਇਸ ਪੈਸੇਜ 'ਤੇ ਆਵਾਂਗੇ ਤੇ ਫਿਰ ਦੇਖਾਂਗੇ ਕਿ ਗ੍ਰਾਮਰ ਰੂਲਸ ਦਾ ਜਿਹੜਾ ਹੈਗਾ ਰੂਲਸ ਦਾ ਕੀ ਕਮਾਲ ਹੈਗਾ ਵਾ, ਕਿਸ ਤਰ੍ਹਾਂ ਆਪਾਂ ਸੌਖੇ ਤਰੀਕੇ ਨਾਲ ਜਿਹੜਾ ਹੈਗਾ ਵਾ ਜਿਹੜੀਆਂ ਹੈਗੀਆਂ ਕਰੈਕਟ ਜਿਹੜੀਆਂ ਹੈਗੀਆਂ ਆਪਸ਼ਨ ਆ ਉਹਨੂੰ ਪੁੱਟ ਕਰ ਸਕਦੇ ਹਾਂ। ਹੁਣ ਸਭ ਤੋਂ ਪਹਿਲਾਂ ਆਪਾਂ ਗ੍ਰਾਮਰ ਰੂਲ ਦੇਖਦੇ ਹਾਂ। ਜੇਕਰ ਪਾर्ट 1 ਤੁਸੀਂ ਨਹੀਂ ਦੇਖਿਆ ਤੇ ਉਹ ਜਿਹੜੇ ਪਿਛਲੇ ਮੈਂ ਗ੍ਰਾਮਰ ਰੂਲ ਡਿਸਕਸ ਕੀਤੇ ਆ, ਜ਼ਰੂਰ ਪਾर्ट 1 ਜਿਹੜਾ ਹੈਗਾ ਫਿਲ ਇਨ ਬਲੈਂਕਸ ਜਿਹੜਾ ਹੈਗਾ ਉਹਨੂੰ ਜ਼ਰੂਰ ਦੇਖਿਓ। ਉਸ ਤੋਂ ਬਾਅਦ ਜਿਹੜਾ ਹੈਗਾ ਵਾ ਅੱਗੇ ਜਿਹੜੇ ਬਚੇ ਆ ਉਹ ਆਪਾਂ ਹੁਣ ਡਿਸਕਸ ਕਰਦੇ ਹਾਂ। ਇਜ, ਐਮ, ਆਰ, ਵਾਸ, ਵਾਰ ਤੋਂ ਬਾਅਦ ਥਰਡ ਫਾਰਮ ਆਫ ਵਰਬ ਯੂਜ਼ ਹੁੰਦੀ ਹੈ, ਜਾਂ ਤਾਂ ਇਜ, ਐਮ, ਆਰ ਤੋਂ ਬਾਅਦ ਥਰਡ ਫਾਰਮ ਆਫ ਵਰਬ ਯੂਜ਼ ਹੁੰਦੀ ਹੈ, ਤੇ ਜਾਂ ਤਾਂ ਫਸਟ ਫਾਰਮ ਆਫ ਵਰਬ ਨਾਲ ਆਈਐਨਜੀ ਆਉਂਦਾ ਹੈ। ਹੁਣ ਇਹਦਾ ਇਹ ਮਤਲਬ ਹੈਗਾ ਇਜ, ਐਮ, ਆਰ, ਵਾਸ, ਵਾਰ ਤੇ ਬਾਅਦ ਆਈਐਨਜੀ, ਫਸਟ ਫਾਰਮ ਦੇ ਨਾਲ ਆਈਐਨਜੀ ਉਦੋਂ ਆਉਂਦਾ ਹੈ ਜਦੋਂ ਉਹ ਕੰਟੀਨਿਊਸ ਵਿੱਚ ਹੋਵੇ, ਪ੍ਰੈਜੈਂਟ ਕੰਟੀਨਿਊਸ ਜਾਂ ਪਾਸਟ ਕੰਟੀਨਿਊਸ ਜਾਂ ਪ੍ਰੈਜੈਂਟ, ਉਦੋਂ ਜਿਹੜਾ ਹੈਗਾ ਇਜ, ਐਮ, ਆਰ, ਵਾਸ, ਵਰ ਦੇ ਨਾਲ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਆਉਂਦਾ ਹੈ। ਤੇ ਜੇਕਰ ਉਹ ਪੈਸਿਵ ਵਿੱਚ ਵੇਖੀਏ ਤੇ ਪੈਸਿਵ ਦੇ ਵਿੱਚ ਆਉਂਦਾ ਹੈਗਾ ਇਜ, ਐਮ, ਆਰ, ਵਾਸ, ਵਰ ਥਰਡ ਫਾਰਮ ਨਾਲ ਲੱਗਦੀ ਹੈਗੀ ਆ ਪ੍ਰੈਜੈਂਟ ਇੰਡੈਫੀਨਿਟ ਦਾ ਜੋ ਪੈਸਿਵ ਆਉਂਦਾ ਹੈਗਾ। ਆਪਣੇ ਇੰਨੇ ਜਿਹੜੀਆਂ ਹੈਗੀਆਂ ਵਾ ਝੰਜਲ ਵਿੱਚ ਨਹੀਂ ਪੈਣਾ, ਬਸ ਮੇਨ ਯਾਦ ਰੱਖਣਾ ਹੈਗਾ ਵਾ ਇਜ, ਐਮ, ਆਰ, ਵਾਸ, ਵਰ ਲੱਗਾ ਹੋਇਆ
ਅੱਗੇ ਤੁਹਾਨੂੰ ਬਲੈਂਕਸ ਦਿੱਤੀ ਹੈ। ਜ਼ਿਆਦਾਤਰ ਪੀਟੀ ਰੀਡਿੰਗ ਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੀ ਥਰਡ ਫਾਰਮ ਹੀ ਯੂਜ਼ ਹੁੰਦੀ ਹੈ, ਇਜ ਐਮ ਆਰ ਵਾਸ ਵਾਰ ਤੋਂ ਬਾਅਦ ਹਮੇਸ਼ਾ ਹੀ ਜ਼ਿਆਦਾਤਰ ਥਰਡ ਫਾਰਮ ਆਉਂਦੀ ਹੈ, ਪਰ ਕਈ ਵਾਰ ਫਸਟ ਫਾਰਮ ਵਰਬ ਦੀ ਆਉਂਦੀ ਹੈ ਨਾਲ ਆਈਐਨਜੀ ਆਉਂਦੀ ਹੈ। ਜੇ ਹੁਣ ਆਪ ਸਾਰਾ ਜਾਣੋਗੇ ਕਿ ਵਰਬ ਦੀ ਫਾਰਮ ਨਾਲ ਆਈਐਨਜੀ ਕਿੱਥੇ ਲੱਗਦਾ ਹੈ, ਥਰਡ ਫਾਰਮ ਕਿੱਥੇ ਲੱਗਦੀ ਆ, ਤੇ ਇਹ ਬਹੁਤ ਡੀਪ ਕੁਐਸਚਨ ਹੈ, ਕਿਉਂਕਿ ਇਹਦੇ ਵਾਸਤੇ ਇੱਕ ਪੂਰੀ ਅਲੱਗ ਵੀਡੀਓ ਬਣ ਜਾਊਗੀ ਜੇ ਮੈਂ ਇਸ ਰੂਲ ਨੂੰ ਜਿਹੜਾ ਐਕਸਪਲੇਨ ਕਰਨਾ ਸ਼ੁਰੂ ਕਰਾਂ। ਇਸ ਲਈ ਮੇਨ ਇਹੀ ਯਾਦ ਰੱਖਣਾ ਵਾ, ਜਦੋਂ ਕੰਟੀਨਿਊਸ ਵਿੱਚ ਜਿਵੇਂ ਮੈਂ ਐਗਜ਼ਾਮਪਲ ਦਿੱਤੀ ਹੈਗੀ ਆ, ਕੰਟੀਨਿਊਸ ਦੇ ਵਿੱਚ ਆਉਂਦਾ ਹੈਗਾ ਵਾ ਇਜ ਐਮ ਤੇ ਰੀਡਿੰਗ ਬੁੱਕ। ਰੀਡਿੰਗ ਕੀ ਆ, ਵਰਬ ਦੇ ਨਾਲ ਆਈਐਨਜੀ ਫਾਰਮ ਲੱਗਾ। ਤੁਸੀਂ ਮੇਨ ਯਾਦ ਰੱਖਣਾ ਇਜ ਐਮ ਆਰ ਵਾਸ ਵਰ ਤੋਂ ਬਾਅਦ ਜਾਂ ਦਾ ਥਰਡ ਫਾਰਮ ਵਰਬ ਦੀ ਆਊਗੀ। ਥਰਡ ਫਾਰਮ ਹੁਣ ਵਰਬ ਜਿਹੜੀ ਕਿਹੜੀ ਹੁੰਦੀ ਆ, ਹੁਣ ਪਹਿਲੀ ਹੁੰਦੀ ਹੈ ਜਿਵੇਂ ਗੋ, ਸੈਕਿੰਡ ਆ ਵੈਂਟ, ਤੇ ਥਰਡ ਹੈਗੀ ਆ ਗੌਨ, ਡੂ ਡਿਡ ਡਨ, ਰੀਡ ਰੈਡ ਰੈਡ, ਪਲੇ ਪਲੇਡ ਪਲੇਡ, ਵਰਕ ਵਰਕਡ ਵਰਕਡ। ਇਹ ਸਾਰੀਆਂ ਕਈਆਂ ਦੇ ਨਾਲ ਤਾਂ ਈਡੀ ਫਾਰਮ ਲੱਗ ਜਾਂਦੀ, ਜਿਵੇਂ ਪਲੇ ਈਡੀ ਲੱਗ ਜਾਂਦੀ, ਪਲੇਡ ਪਲੇਡ, ਸੈਕਿੰਡ ਵੀ ਥਰਡ ਵੀ। ਕਈ ਥੋੜ੍ਹੀਆਂ ਡਿਫਰੈਂਟ ਹੁੰਦੀਆਂ ਵਾ ਹੁੰਦੀਆਂ, ਜਿਵੇਂ ਗੋ ਸੈਕਿੰਡ ਹੁੰਦੀ ਵੈਂਟ, ਥਰਡ ਹੁੰਦੀ ਆ ਗੌਨ, ਇਸ ਤਰ੍ਹਾਂ ਹੁੰਦੀਆਂ। ਇਹ ਵੀ ਤੁਹਾਨੂੰ ਜਿਹੜਾ ਹੈਗਾ ਵਾ ਇਹ ਵੀ ਜ਼ਰੂਰ ਤੁਹਾਨੂੰ ਧਿਆਨ ਦੇਣਾ ਪੈਣਾ ਇਹਨਾਂ 'ਤੇ, ਜਿਹੜੀਆਂ ਵਰਬ ਦੀਆਂ ਜਿਹੜੀਆਂ ਫਾਰਮਸ ਕਿਹੜੀਆਂ ਕਿਹੜੀਆਂ। ਅਤੇ ਉਸ ਤੋਂ ਬਾਅਦ ਆਉਂਦਾ ਹੈਗਾ ਸੈਕਿੰਡ ਰੂਲ ਕਿ ਹੈਜ ਹੈਵ ਹੈਡ। ਹੈਜ ਹੈਵ ਹੁੰਦਾ ਪ੍ਰੈਜੈਂਟ ਪਰਫੈਕਟ ਦੇ ਵਿੱਚ ਯੂਸ, ਅਤੇ ਹੈਡ ਹੁੰਦਾ ਯੂਸ ਪਾਸਟ ਪਰਫੈਕਟ ਦੇ ਵਿੱਚ। ਹੁਣ ਇਹਨਾਂ ਤੋਂ ਬਾਅਦ ਹੈਜ ਹੈਵ ਹੈਡ ਤੋਂ ਬਾਅਦ ਹਮੇਸ਼ਾ ਥਰਡ ਫਾਰਮ ਵਰਬ ਦੀ ਲੱਗਣੀ, ਥਰਡ ਫਾਰਮ ਹਮੇਸ਼ਾ। ਕਈ ਵਾਰ ਤੁਹਾਨੂੰ ਜਿਹੜਾ ਹੈ ਜਾਂ ਹੈਵ ਜਾਂ ਹੈਡ ਦਿੱਤਾ ਜਾਂਦਾ ਵਾ, ਅੱਗੇ ਬਲੈਂਕਸ ਦਿੱਤੀ ਜਾਂਦੀ ਹੈ, ਬਲੈਂਕਸ ਵਿੱਚ ਥਰਡ ਫਾਰਮ ਜਿਹੜੀ ਆ ਵਰਬ ਦੀ ਲੱਗੇਗੀ। ਅੱਗੇ ਰੂਲ ਹੈਗਾ ਵਾ ਇਫ ਯੂ ਡੋਂਟ ਨੋ, ਜਾਣਦੇ ਅੱਗੇ ਸੈਂਟੈਂਸ ਇਨ ਪਾਸਟ ਦੇ ਵਿੱਚ ਆ ਕਿ ਕਿੱਦਾਂ ਹੈਗਾ, ਨਹੀਂ ਤੁਸੀਂ ਜਾਣਦੇ, ਯੂ ਸ਼ੁੱਡ ਨਾਟ ਅਨਜ਼ਿਊਮ ਕਰਨਾ ਚਾਹੀਦਾ ਵਾ, ਤੁਹਾਨੂੰ ਅਨਜ਼ਿਊਮ ਨਹੀਂ ਕਰਨਾ ਚਾਹੀਦਾ, ਉਹਨੂੰ ਪਾਸਟ ਵਿੱਚ ਨਹੀਂ ਮੰਨਣਾ ਚਾਹੀਦਾ। ਜੇ ਤੁਸੀਂ ਨਹੀਂ ਜਾਣਦੇ ਨਾਲ ਉਸ ਦੇ ਜਿਹੜਾ ਹੈਗਾ ਵਾ ਨਹੀਂ ਕੁਛ ਐਸਾ ਦੱਸਿਆ ਕਿ ਉਹ ਪਾਸਟ ਵਿੱਚ ਹੈ ਜਾਂ ਕਿੱਦਾਂ ਹੈਗਾ। ਹੁਣ ਪਾਸਟ ਵਿੱਚ ਐਗਜ਼ਾਮਪਲ ਵੇਖਣੇ ਪਹਿਲਾਂ, ਸਭ ਤੋਂ ਪਹਿਲਾਂ ਆਈ ਏਟ ਐਪਲ। ਹੁਣ ਇਹ ਪਾਸਟ ਵਿੱਚ ਦਿੱਤਾ ਹੋਇਆ ਵਾ, ਸੈਕਿੰਡ ਫਾਰਮ ਲੱਗੀ ਆ ਵਰਬ ਦੀ, ਅਤੇ ਹੇਅਰ ਟਾਈਮ ਇਜ ਨਾਟ ਗਿਵਨ ਸੋ ਵੀ ਕੰਸੀਡਰ ਇਟ ਐਸ ਦਾ ਪ੍ਰੈਜੈਂਟ। ਇੱਥੇ ਹੁਣ ਜਿਹੜਾ ਐਗਜ਼ਾਮਪਲ ਦਿੱਤੀ ਆ, ਇੱਥੇ ਟਾਈਮ ਨਹੀਂ ਮੈਂਸ਼ਨ ਕੀਤਾ। ਜਦੋਂ ਵੀ ਉਨਾ ਚਿਰ ਪੈਸੇਜ ਦੇ ਵਿੱਚ ਜਾਂ ਸੈਂਟੈਂਸ ਦੇ ਵਿੱਚ ਕੋਈ ਵੀ ਪੈਸੇਜ ਦਿੱਤਾ, ਉਨਾ ਚਿਰ ਪਾਸਟ ਟੈਂਸ ਉਹਨੂੰ ਨਹੀਂ ਮੰਨਣਾ ਜਿੰਨਾ ਚਿਰ ਤੁਹਾਨੂੰ ਜੈਸਟਰਡੇ, ਲਾਸਟ ਮੰਥ ਕੋਈ ਡੇਟ ਨਾ ਦਿੱਤੀ ਹੋਵੇ, ਜਿੱਥੋਂ ਕੋਈ ਟਾਈਮ ਨਾ ਮੈਂਸ਼ਨ ਕੀਤਾ ਹੋਵੇ, ਜਿੱਥੋਂ ਇਹ ਪਤਾ ਲੱਗਦਾ ਹੋਵੇ ਕਿ ਪਾਸਟ ਵਿੱਚ ਗੱਲ ਹੋ ਰਹੀ ਆ। ਹੁਣ ਇਹ ਜਿਹੜਾ ਵਾ ਇਹਨੂੰ ਆਪਾਂ ਲਿਖਾਂਗੇ ਆਈ ਹੈਵ ਈਟਨ ਐਨ ਐਪਲ, ਉਹਨੂੰ ਪ੍ਰੈਜੈਂਟ ਪਰਫੈਕਟ ਵਿੱਚ ਆਪਾਂ ਉਹਨੂੰ ਬਣਾਵਾਂਗੇ, ਨਾ ਕਿ ਇਹਨੂੰ ਪਾਸਟ ਵਿੱਚ, ਜਿੰਨਾ ਚਿਰ ਆਪਾਂ ਨੂੰ ਇਹ ਨਹੀਂ ਪਤਾ ਕਿ ਉਹ ਜਿਹੜਾ ਹੈਗਾ ਵਾ ਗੱਲ ਆ ਉਹ ਪਾਸਟ ਵਿੱਚ ਹੋਈ ਆ। ਸੈਕਿੰਡ ਹੈਗੀ ਐਗਜ਼ਾਮਪਲ ਆਈ ਹੈਡ ਡਨ ਮਾਈ ਹੋਮਵਰਕ, ਟਾਈਮ ਨਾਟ ਮੈਂਸ਼ਨ। ਹੁਣ ਇੱਥੇ ਵੀ ਟਾਈਮ ਨਹੀਂ ਮੈਂਸ਼ਨ, ਹੈਡ ਲੱਗਾ ਹੈ, ਹੈਡ ਲੱਗਦਾ ਹੈ ਪਾਸਟ ਵਿੱਚ। ਉਹਨੇ ਕਿਹਾ ਕਿ ਆਈ ਹੈਡ ਡਨ ਮਾਈ ਹੋਮਵਰਕ, ਮੈਂ ਜਿਹੜਾ ਡਨ ਕਰ ਚੁੱਕਾ ਹੂੰ, ख़त्म ਕਰ ਚੁੱਕਾ ਹੂੰ ਆਪਦਾ ਹੋਮਵਰਕ, ਕਰ ਚੁੱਕਾ ਹੂੰ। ਪਰ ਉਹਨੇ ਇਹ ਨਹੀਂ ਦੱਸਿਆ ਕਦੋਂ ਕਰ ਚੁੱਕਾ, ਕਿੰਨੇ ਟਾਈਮ 'ਤੇ ਕਰ ਚੁੱਕਾ, ਜੈਸਟਰਡੇ ਕਰ ਚੁੱਕਾ, ਹੁਣ ਕਰ ਚੁੱਕਾ ਹੂੰ, ਕਿੰਨੇ ਟਾਈਮ 'ਤੇ ਕਰ ਚੁੱਕਾ। ਜੇ ਤੇ ਉਹਨੇ ਇਹ ਦੱਸਿਆ ਹੁੰਦਾ ਕਿ ਮੈਂ ਕੋਈ ਕੰਮ ਨੂੰ ਕਰ ਚੁੱਕਾ ਵਾਂ ਇਸ ਟਾਈਮ 'ਤੇ, ਫਿਰ ਤੇ ਆਪਾਂ ਉਹਨੂੰ ਪਾਸਟ ਵਿੱਚ ਬਣਾਵਾਂਗੇ, ਪਾਸਟ ਵਿੱਚ ਬਣਾਵਾਂਗੇ। ਜੇਕਰ ਇਹ ਨਹੀਂ ਦੱਸਿਆ ਜਾਂਦਾ ਕਿ ਟਾਈਮ ਨਹੀਂ ਮੈਂਸ਼ਨ ਹੁੰਦਾ ਕੋਈ ਵੀ, ਫਿਰ ਉਹ ਪ੍ਰੈਜੈਂਟ ਵਿੱਚ ਟੈਂਸ ਬਣੇਗਾ, ਪਾਸਟ ਵਿੱਚ ਨਹੀਂ। ਇਹ ਮੈਂ ਇਸ ਕਰਕੇ ਰੂਲ ਦੱਸਿਆ। ਕਈ ਵਾਰ ਬਲੈਂਕਸ ਵਿੱਚ ਕੀ ਹੁੰਦਾ ਵਾ, ਜਿਸ ਤਰ੍ਹਾਂ ਆਪਾਂ ਨੂੰ ਤੁਹਾਨੂੰ ਬਲੈਂਕਸ ਦਿੱਤੀ ਜਾਂਦੀ ਹੈ, ਆਈ ਲੱਗਾ, ਉਸ ਤੋਂ ਬਾਅਦ ਜਿਹੜਾ ਹੈ ਆਈ ਲੱਗਾ ਵਾ। ਹੁਣ ਆਹ ਜਿਹੜੀ ਹੈਗੀ ਹੈ ਬਲੈਂਕਸ, ਇਹਦੇ ਵਿੱਚ ਆਪਕੋ ਮੰਨ ਲਓ ਆਈ ਲੱਗਾ ਹੈਗਾ, ਉਸ ਤੋਂ ਬਾਅਦ ਆ ਤੁਹਾਨੂੰ ਬਲੈਂਕਸ ਦਿੱਤੀ ਹੈਗੀ ਆ। ਹੁਣ ਇੱਥੇ ਤੁਹਾਨੂੰ ਆਪਸ਼ਨ ਵਿੱਚ ਹੈਡ ਈਟਨ ਵੀ ਦਿੱਤਾ ਹੈਗਾ, ਹੈਡ ਵੀ ਦਿੱਤਾ, ਹੈਵ ਵੀ ਦਿੱਤਾ ਹੈਗਾ ਵਾ, ਹੋਰ ਵੀ ਇੱਕ ਦੋ ਬਲੈਂਕਸ ਆਪਸ਼ਨ ਦਿੱਤੀਆਂ। ਹੁਣ ਤੁਸੀਂ ਇੱਥੇ ਉਹਨੂੰ ਪ੍ਰੈਜੈਂਟ ਵਿੱਚ ਬਣਾਉਣਾ, ਕਿਉਂ ਪ੍ਰੈਜੈਂਟ ਵਿੱਚ ਬਣਾਉਣਾ, ਤੁਹਾਨੂੰ ਅੱਗੇ ਟਾਈਮ ਨਹੀਂ ਦਿੱਤਾ। ਜੇ ਤਾਂ ਟਾਈਮ ਦਿੱਤਾ ਹੈਗਾ ਕਿ ਉਹਨੇ ਜਿਹੜਾ ਹੈਗਾ ਵਾ ਕੋਈ ਕੰਮ ਨੂੰ ਜਾਂ ਕੋਈ ਚੀਜ਼ ਖਾਧੀ ਆ, ਕਿੰਨੇ ਟਾਈਮ 'ਤੇ ਖਾਧੀ ਆ, ਕੋਈ ਟਾਈਮ ਮੈਂਸ਼ਨ ਆ, ਫਿਰ ਤਾਂ ਤੁਸੀਂ ਉੱਥੇ ਹੈਡ ਲਾ ਸਕਦੇ ਜੇ ਜਾਂ ਪਾਸਟ ਵਿੱਚ ਨੂੰ ਬਣਾ ਸਕਦੇ ਹੋ, ਨਹੀਂ ਤਾਂ ਉਹ ਪ੍ਰੈਜੈਂਟ ਵਿੱਚ ਹੀ ਬਣੇਗਾ। ਮੇਨ ਇਹਦਾ ਜਿਹੜਾ ਹੈਗਾ ਨਿਚੋੜ ਇਹੋ ਹੀ ਆ ਇਸ ਜਿਹੜੇ ਹੈਗੇ ਰੂਲ ਦਾ, ਕਿ ਜੇ ਤਾਂ ਟਾਈਮ ਮੈਂਸ਼ਨ ਆ ਪੈਸੇਜ ਦੇ ਵਿੱਚ ਜਾਂ ਸੈਂਟੈਂਸ ਦੇ ਵਿੱਚ, ਤੇ ਉਹ ਪਾਸਟ ਵਿੱਚ ਹੀ ਮੰਨਿਆ ਜਾਊਗਾ। ਜੇਕਰ ਟਾਈਮ ਨਹੀਂ ਮੈਂਸ਼ਨ ਤਾਂ ਉਹ ਪ੍ਰੈਜੈਂਟ ਵਿੱਚ ਹੀ ਬਣੇਗਾ, ਉਹਨੂੰ ਪਾਸਟ ਵਿੱਚ ਕਦੀ ਨਹੀਂ ਬਣਾਉਣਾ।
ਉਸ ਤੋਂ ਅੱਗੇ ਡਿਸਕਸ ਕਰਦੇ ਹਾਂ ਬੀ, ਬੀਨ ਤੇ ਬੀਂਗ। ਇਹਨਾਂ ਤੋਂ ਬਾਅਦ ਥਰਡ ਫਾਰਮ ਆਫ ਵਰਬ ਯੂਜ਼ ਹੁੰਦੀ ਹੈ ਜ਼ਿਆਦਾਤਰ। ਹੁਣ ਜੇ ਆਪ ਇਹ ਪੁੱਛੋਗੇ ਕਿ ਬੀ, ਬੀਨ, ਬੀਂਗ ਕਿਹੜੇ ਟੈਂਸ ਵਿੱਚ ਲੱਗਦਾ ਹੈਗਾ, ਹੁਣ ਇਹ ਵੱਖੋ ਵੱਖਰੇ ਪੈਸਿਵ ਵਿੱਚ ਵੀ ਲੱਗਦਾ ਹੈਗਾ, ਐਕਟਿਵ ਸੈਂਟੈਂਸ ਜਿਹੜੇ ਉਹਨਾਂ ਵਿੱਚ ਵੀ ਲੱਗਦਾ, ਪੈਸਿਵ ਸੈਂਟੈਂਸ ਉਹਨਾਂ ਵਿੱਚ ਵੀ ਲੱਗਦਾ ਹੈਗਾ ਵਾ। ਇਹ ਵੱਖੋ ਵੱਖਰੇ ਬੀ, ਬੀਨ, ਬੀਂਗ ਦੀ ਵਰਤੋਂ ਹੁੰਦੀ ਹੈ। ਇਸ ਕਰਕੇ ਤੁਸੀਂ ਮੇਨ ਇਹੋ ਹੁਣ ਯਾਦ ਰੱਖਣਾ ਵਾ ਕਿ ਬੀ, ਬੀਨ, ਬੀਂਗ ਤੋਂ ਬਾਅਦ ਥਰਡ ਫਾਰਮ ਆਫ ਵਰਬ ਯੂਜ਼ ਹੁੰਦੀ ਹੈ ਜ਼ਿਆਦਾਤਰ। ਟੂ ਦੇ ਬਾਅਦ, ਹੁਣ ਟੂ ਦੇ ਬਾਅਦ ਕੀ ਹੁੰਦਾ, ਫਸਟ ਫਾਰਮ ਆਫ ਵਰਬ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਇਨਫਿਨਿਟਿਵ ਫਾਰਮ। ਜਿਵੇਂ ਟੂ ਲੱਗਾ, ਅੱਗੇ ਤੁਹਾਨੂੰ ਬਲੈਂਕਸ ਦਿੱਤੀ, ਹੁਣ ਬਲੈਂਕਸ ਵਿੱਚ ਕੀ ਆਏਗਾ, ਪਲੇ। ਹੁਣ ਪਲੇ ਦੇ ਨਾਲ ਐਸ ਨਹੀਂ ਲੱਗੇਗੀ। ਐਸ ਕਿਉਂ ਨਹੀਂ ਲੱਗੇਗੀ, ਕਿਉਂਕਿ ਟੂ ਤੋਂ ਬਾਅਦ ਵਰਬ ਦੀ ਹਮੇਸ਼ਾ ਹੀ ਫਸਟ ਫਾਰਮ ਆਉਣੀ ਹੈ, ਫਸਟ ਫਾਰਮ। ਪਲੇ, ਗੋ, ਕੰਮ, ਸਿਟ, ਇਸ ਤਰ੍ਹਾਂ ਟੂ ਦੇ ਨਾਲ ਆਉਣੀਆਂ ਵਾ। ਟੂ ਤੋਂ ਬਾਅਦ ਜੋ ਵਰਬ ਆਉਣੀ ਉਹਦੇ ਨਾਲ ING ਨਹੀਂ ਲੱਗਣਾ, ਕੱਲੀ ਫਸਟ ਫਾਰਮ। ਕਈ ਵਾਰ ਇਹ ਜਿਹੜਾ ਰਿਪੀਟ ਹੋ ਜਾਂਦਾ, ਰੂਲ ਬਹੁਤ ਵਾਰੀ ਰਿਪੀਟ ਹੁੰਦਾ ਹੈ। ਉਸ ਤੋਂ ਅੱਗੇ ਜੋ ਵੀ ਪ੍ਰੈਪੋਜੀਸ਼ਨ ਹੈਗੀਆਂ, ਪ੍ਰੈਪੋਜੀਸ਼ਨ ਤੋਂ ਬਾਅਦ ਅਗਲਾ ਰੂਲ ਹੈ, ਪ੍ਰੈਪੋਜੀਸ਼ਨ ਤੋਂ ਬਾਅਦ ਫਸਟ ਫਾਰਮ ਆਫ ਵਰਬ ਉਸ ਦੇ ਨਾਲ ING ਲੱਗੇਗਾ। ਐਕਸੈਪਟ ਟੂ ਦਾ ਮਤਲਬ ਹੈਗਾ ਕਿ ਟੂ ਨੂੰ ਛੱਡ ਕੇ। ਟੂ ਦੇ ਨਾਲ ਆਪਾਂ ਕੀ ਦੱਸਿਆ ਸੀ, ਟੂ ਦੇ ਨਾਲ ਆਪਾਂ ਉੱਪਰਲੇ ਰੂਲ ਵਿੱਚ ਦੱਸਿਆ ਟੂ ਦੇ ਨਾਲ ਫਸਟ ਫਾਰਮ ਆਫ ਵਰਬ ਆਉਣੀ ਆ। ਤੇ ਬਾਕੀ ਜੋ ਵੀ ਪ੍ਰੋਪੋਜੀਸ਼ਨ ਹੈਗੀਆਂ ਵਾ, ਫਾਰ, ਐਟ, ਵਾਈਲ, ਜੋ ਵੀ ਬਾਏ, ਜਿਸ ਤਰ੍ਹਾਂ ਦੀ ਵੀ ਕੋਈ ਹੈਗੀ ਆ ਪ੍ਰੈਪੋਜੀਸ਼ਨ, ਜੋ ਵੀ ਪ੍ਰੈਪੋਜੀਸ਼ਨ ਤੁਸੀਂ ਜਾਣਦੇ ਹੋ ਕਿਹੜੀਆਂ ਕਿਹੜੀਆਂ ਪ੍ਰੈਪੋਜੀਸ਼ਨ ਹੈ, ਜੋ ਵੀ ਪ੍ਰੈਪੋਜੀਸ਼ਨ ਆ ਉਹਨਾਂ ਤੋਂ ਬਾਅਦ ਫਸਟ ਫਾਰਮ ਆਫ ਵਰਬ ਆਊਗੀ, ਨਾਲ ਉਹਦੇ ING ਆਏਗਾ। ਆਲ ਮੋਡਾਲਸ, ਕੈਨ, ਕੁਡ, ਮੇ, ਮਾਈਟ, ਯੂਜ਼ਡ ਟੂ, ਸ਼ੁੱਡ, ਡੇਅਰ, ਇਹਨਾਂ ਸਭ ਦੇ ਨਾਲ ਫਸਟ ਫਾਰਮ ਵਰਬ ਦੀ ਜਿਹੜੀ ਫਸਟ ਫਾਰਮ ਆਉਣੀ ਹੈ। ਜਿਵੇਂ ਕੈਨ ਆ, ਕੈਨ ਲੱਗਾ ਹੈ, ਤੁਹਾਨੂੰ ਅੱਗੇ ਬਲੈਂਕਸ ਦਿੱਤੀ ਆ, ਬਲੈਂਕਸ ਵਿੱਚ ਕੈਨ ਤੋਂ ਬਾਅਦ ਆਏਗਾ ਗੋ ਆ ਗਿਆ, ਮੰਨ ਲਓ ਕੋਈ ਵੀ ਉਹਦੀ ਫਸਟ ਫਾਰਮ ਲੱਗਣੀ ਹੈ, ਕੈਨ, ਕੁਡ, ਮੇ, ਮਾਈਟ ਤੋਂ ਬਾਅਦ ਹਮੇਸ਼ਾ ਹੀ ਫਸਟ ਫਾਰਮ ਜੋ ਵੀ ਆਪ ਨੂੰ ਦਿੱਤੀ ਹੋ। ਮੰਨ ਲਓ ਬਲੈਂਕਸ ਦਿੱਤੀ ਹੈ, ਤੁਹਾਨੂੰ ਇੱਥੇ ਬਲੈਂਕਸ ਕੈਨ ਤੋਂ ਬਾਅਦ ਦਿੱਤੀ ਹੈ ਕੋਈ ਵੀ ਪੈਸੇਜ ਆ। ਹੁਣ ਤੁਹਾਨੂੰ ਆਪਸ਼ਨ ਦਿੱਤੀ ਆ, ਇੱਕ ਲਿਖਿਆ ਹੈ ਗੋਇੰਗ, ਇੱਕ ਲਿਖਿਆ ਤੁਹਾਨੂੰ ਜਿਹੜਾ ਹੈਗਾ ਵਾ ਵੈਂਟ, ਇੱਕ ਤੇ ਲਿਖਿਆ ਗੋ, ਠੀਕ ਹੈ, ਇੱਕ ਤੇ ਗੋ ਲਿਖਿਆ ਤੇ ਇੱਕ ਤੇ ਤੁਹਾਨੂੰ ਕੁਝ ਹੋਰ ਦਿੱਤਾ ਹੈਗਾ। ਤੇ ਹੁਣ ਤੁਸੀਂ ਨਾ ਤੁਸੀਂ ING ਵਾਲੀ ਲਾਉਣੀ ਹੈ, ਨਾ ਤੁਸੀਂ ਵੈਂਟ ਲਾਉਣਾ, ਫਸਟ ਫਾਰਮ ਲਾਉਣੀ ਹੈਗੀ ਆ ਗੋ ਵਾਲੀ, ਠੀਕ ਹੈ ਨਾ। ਇਹ ਰੂਲ ਕਈ ਵਾਰ ਜਿਹੜੇ ਹੈਗੇ ਆ ਰਿਪੀਟ ਹੋ ਜਾਂਦੇ ਆ। ਡੂ, ਡਜ, ਡਿਡ, ਇਹਨਾਂ ਤੋਂ ਬਾਅਦ ਨਾਟ ਨੈਗੇਟਿਵ ਵਿੱਚ ਸੈਂਟੈਂਸ ਆ, ਇਹਨਾਂ ਤੋਂ ਬਾਅਦ ਫਸਟ ਫਾਰਮ ਆਫ ਵਰਬ ਲੱਗੇਗੀ। ਫਸਟ ਫਾਰਮ ਆਫ ਵਰਬ ਲੱਗੇਗੀ ਡੂ, ਡਜ, ਡਿਡ, ਨਾਟ ਤੋਂ ਬਾਅਦ ਜਦੋਂ ਨੈਗੇਟਿਵ ਵਿੱਚ ਸੈਂਟੈਂਸ ਹੋਵੇ ਤੇ ਫਸਟ ਫਾਰਮ ਹੀ ਹਮੇਸ਼ਾ ਹੀ ਲੱਗਦੀ, ਹਮੇਸ਼ਾ ਹੀ ਫਸਟ ਫਾਰਮ ਲੱਗਣੀ ਹੈ। ਅੱਗੇ ਰੂਲ ਹੈਗਾ ਵਾ ਹੈਲਪਿੰਗ ਵਰਬ, ਉਸ ਤੋਂ ਬਾਅਦ ਐਡਵਰਬ, ਫਿਰ ਮੇਨ ਵਰਬ ਆਉਂਦੀ ਹੈ। ਇਹ ਸਟਰਕਚਰ ਬਤਾਇਆ ਇਹਦੇ ਵਿੱਚ ਕਿ ਐਗਜ਼ਾਮਪਲ ਦੇ ਵਿੱਚ ਵੇਖੋ, ਸ਼ੀ ਵਾਸ ਕੰਟੀਨਿਊਸਲੀ, ਕੰਟੀਨਿਊਸਲੀ ਜਿਹੜਾ ਹੈਗਾ ਵਾ ਉਹਦਾ ਹੈਗਾ ਵਾ ਐਡਵਰਬ, ਵਾਸ ਜੋ ਹੈਗਾ ਉਹ ਹੈਲਪਿੰਗ ਵਰਬ ਹੈਗਾ ਵਾ, ਪ੍ਰੈਕਟਿਸ ਜੋ ਹੈਗੀ ਉਹ ਮੇਨ ਵਰਬ ਹੈਗੀ ਆ, ਇਹ ਮੇਨ ਵਰਬ ਹੈਗੀ ਆ। ਹੁਣ ਸਟਰਕਚਰ ਇਹ ਹੈ ਕਿ ਹਮੇਸ਼ਾ ਹੀ ਪਹਿਲਾਂ ਇਜ, ਐਮ, ਆਰ, ਵਾਸ, ਵਰ ਇਹ ਸਭ ਹੈਗੀ ਆ ਹੈਲਪਿੰਗ ਵਰਬ, ਇਹਨਾਂ ਤੋਂ ਬਾਅਦ ਐਡਵਰਬ ਆਉਂਦਾ ਹੈਗਾ, ਉਸ ਤੋਂ ਬਾਅਦ ਮੇਨ ਵਰਬ ਆਉਂਦਾ। ਕਈ ਵਾਰ ਤੁਹਾਨੂੰ ਹੈਲਪਿੰਗ ਵਰਬ ਦਿੱਤਾ ਹੁੰਦਾ ਕੋਈ ਵੀ, ਇਜ, ਐਮ, ਆਰ ਵਿੱਚ ਬਲੈਂਕਸ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਮੇਨ ਵਰਬ ਕੋਈ ਵੀ ਆ ਜਾਂਦੀ ਹੈਗੀ ਆ, ਪਲੇ, ਪਲੇਡ, ਤੇ ਬਲੈਂਕਸ ਤੋਂ ਮੇਨ ਵਰਬ ਤੋਂ ਪਹਿਲਾਂ ਹਮੇਸ਼ਾ ਐਡਵਰਬ ਆਉਂਦਾ ਹੈ। ਐਡਵਰਬ ਕਿਹੜਾ ਹੁੰਦਾ ਵਾ, ਜਿਹਦੇ ਨਾਲ LY ਲੱਗਾ ਹੁੰਦਾ ਵਾ, ਕੋਈ ਜਿਵੇਂ ਕੰਟੀਨਿਊਸਲੀ ਇਹਦੇ ਨਾਲ ਵੀ LY ਲੱਗਾ ਲਾਸਟ ਤੇ, ਕੰਟੀਨਿਊਸਲੀ, ਲਵਲੀ, ਸਲੋਲੀ, ਕੋਈ ਵੀ ਹੈਗਾ ਵਾ ਜਿਹਦੇ ਨਾਲ LY ਲੱਗਾ ਉਹ ਹੋ ਜਾਂਦਾ ਐਡਵਰਬ। ਐਡਵਰਬ ਆਉਂਦਾ ਮੇਨ ਵਰਬ ਤੋਂ ਪਹਿਲਾਂ, ਤੇ ਐਡਵਰਬ ਤੋਂ ਪਹਿਲਾਂ ਹੈਲਪਿੰਗ ਵਰਬ ਆਉਂਦੀ ਹੈਗੀ ਆ। ਹੁਣ ਪਾਸਟ ਟੈਂਸ, ਅੱਗੇ ਰੂਲ ਹੈਗਾ ਪਾਸਟ ਟੈਂਸ, ਪਾਸਟ ਟੈਂਸ ਵਿੱਚ ਹੀ ਅੱਗੇ ਚੱਲੇਗਾ। ਜੇਕਰ ਸਟਾਰਟਿੰਗ ਉਹਦੀ ਪਾਸਟ ਹੈਗੀ ਆ, ਸੈਂਟੈਂਸ ਸਟਾਰਟ ਵਿਦ ਪਾਸਟ, ਯੈਸਟਰਡੇ, ਲਾਸਟ ਮੰਥ। ਅੱਗੇ ਐਗਜ਼ਾਮਪਲ ਦਿੱਤੀ ਹੈ ਕਿ ਇਨ 2010। ਹੁਣ ਜਿਹੜਾ ਇੱਥੇ ਮੰਨ ਲਓ ਕੋਈ ਵੀ ਤੁਹਾਨੂੰ ਪੈਸੇਜ ਆਉਂਦਾ ਹੈਗਾ ਵਾ, ਕੋਈ ਵੀ ਤੁਹਾਨੂੰ ਸੈਂਟੈਂਸ ਆਉਂਦਾ ਉਹ ਪਾਸਟ ਵਿੱਚ ਸ਼ੁਰੂ ਹੁੰਦਾ, 2010 ਤੋਂ ਸ਼ੁਰੂ ਹੋ ਗਿਆ, ਯੈਸਟਰਡੇ ਤੋਂ ਸ਼ੁਰੂ ਹੋ ਗਿਆ, ਕੋਈ ਲਾਸਟ ਤੁਹਾਨੂੰ ਡੇਟ ਦਿੱਤੀ ਆ, ਮੰਥ ਦਿੱਤਾ ਹੈਗਾ ਵਾ, ਕੁਛ ਵੀ ਤੁਹਾਨੂੰ ਦਿੱਤਾ ਜਿੱਥੋਂ ਤੁਹਾਨੂੰ ਇਹ ਪਤਾ ਲੱਗਣ ਦੇ ਕਿ ਹਾਂ ਵੀ ਇਹ ਪਾਸਟ ਤੋਂ ਸ਼ੁਰੂ ਹੋਇਆ, ਲਾਸਟ ਮੰਥ, ਯੈਸਟਰਡੇ, ਲਾਸਟ ਈਅਰ, ਜਾਂ ਕੋਈ ਇਸ ਤਰ੍ਹਾਂ 2010 ਦਿੱਤਾ, ਤੇ ਜੋ ਵੀ ਅੱਗੇ ਸਾਰਾ ਹੀ ਜਿਹੜਾ ਪੈਸੇਜ ਹੈਗਾ ਵਾ ਜਾਂ ਸੈਂਟੈਂਸ ਆ ਉਹ ਪਾਸਟ ਵਿੱਚ ਹੀ ਚੱਲੇਗਾ। ਹੁਣ ਮੰਨ ਲਓ
इन 2010 आई पासड, मैं पास की थी माई ग्रैजुएशन एंड आफ्टर डैट आई वर्कड विद अ कंपनी। ਹੁਣ ਮੰਨ ਲਓ ਆ ਵਰਕਡ ਦੀ ਜਗ੍ਹਾ ਆਪ ਤੁਹਾਨੂੰ ਬਲੈਂਕਸ ਦਿੱਤੀ ਜਾਂਦੀ, ਮੰਨ ਲਓ ਇਹੋ ਪੈਸੇਜ ਇਹੋ ਸੈਂਟੈਂਸ ਤੁਹਾਨੂੰ ਆ ਗਿਆ। ਹੁਣ ਇੱਥੇ ਤੁਸੀਂ ਜਿਹੜੀ ਹੈਗੀ ਬਲੈਂਕਸ ਵਿੱਚ ਈਡੀ ਵਾਲੀ ਜਿਹੜੀ ਹੈਗੀ ਆ ਪਾਸਟ ਵਾਲੀ ਜਿਹੜੀ ਹੈ ਸੈਕਿੰਡ ਫਾਰਮ ਲੱਗੇਗੀ, ਵਰਕ ਨਹੀਂ ਇੱਥੇ ਲੱਗੇਗਾ। ਠੀਕ ਹੈ ਨਾ, ਇਹ ਧਿਆਨ ਵਿੱਚ ਰੱਖਣਾ ਕਿਉਂਕਿ ਪਾਸਟ ਵਿੱਚ ਸੈਂਟੈਂਸ ਚੱਲ ਰਿਹਾ ਵਾ ਅਤੇ ਪਾਸਟ ਵਿੱਚ ਹੀ ਸੈਕਿੰਡ ਫਾਰਮ ਹੀ ਯੂਜ਼ ਹੋਏਗੀ। ਸਾਰੇ ਪੈਸੇਜ ਵਿੱਚ ਜਿੱਥੇ ਜਿੱਥੇ ਯੂਜ਼ ਹੋਏਗੀ ਸੈਕਿੰਡ ਫਾਰਮ ਹੀ ਯੂਜ਼ ਹੋਏਗੀ, ਇੱਥੇ ਵਰਕਡ ਹੀ ਆਏਗਾ। ਠੀਕ ਹੈ, ਵਰਕ ਨਹੀਂ ਇੱਥੇ ਆਏਗਾ, ਇੱਥੇ ਪਾਸ ਨਹੀਂ ਆਏਗਾ, ਪਾਸਟ ਹੀ ਆਏਗਾ ਕਿਉਂਕਿ ਸਾਰਾ ਸੈਂਟੈਂਸ ਸਾਰਾ ਪੈਸੇਜ ਹੀ ਪਾਸਟ ਵਿੱਚ ਹੀ ਚੱਲੇਗਾ। ਜੇ ਸਟਾਰਟਿੰਗ ਪਾਸਟ ਵਿੱਚ ਆ ਤੇ ਪਾਸਟ ਵਿੱਚ ਹੀ ਅੱਗੇ ਚੱਲਣਾ। ਉਸ ਤੋਂ ਅੱਗੇ ਰੂਲ ਹੈਗਾ ਵਾ ਹੀ ਸ਼ੀ ਇਟ, ਹੀ ਸ਼ੀ ਇਟ ਐਂਡ ਸਿੰਗੂਲਰ ਸਬਜੈਕਟ, ਕੋਈ ਵੀ ਸਿੰਗੂਲਰ ਸਬਜੈਕਟ ਜਿਵੇਂ ਹੀ ਸ਼ੀ ਇਟ ਰਾਮ ਜਾਂ ਸ਼ਾਮ ਬੁੱਕ ਪੈਨ, ਇਹਨਾਂ ਸਭ ਤੋਂ ਬਾਅਦ ਫਸਟ ਫਾਰਮ ਆਫ ਵਰਬ ਲੱਗਦੀ ਆ, ਉਹਦੇ ਨਾਲ ਐਸ ਜਾਂ ਈ ਐਸ ਲੱਗਦਾ ਹੈਗਾ। ਹੁਣ ਇਹ ਰੂਲ ਜਿਹੜਾ ਹੈਗਾ ਵਾ ਪ੍ਰੈਜੈਂਟ ਇੰਡੈਫੀਨੇਟ ਦਾ ਹੈ, ਜਿਹਦੇ ਵਿੱਚ ਜਿਹੜਾ ਹੈਗਾ ਵਾ ਸਬਜੈਕਟ ਤੋਂ ਬਾਅਦ ਵਰਬ ਆਉਂਦੀ ਹੈਗੀ ਆ, ਵਰਬ ਦੇ ਨਾਲ ਐਸ ਜਾਂ ਈ ਐਸ ਲੱਗਦੀ ਹੈਗੀ ਆ। ਹੁਣ ਤੁਹਾਨੂੰ ਸਿੰਪਲੀ ਇਹੋ ਹੀ ਦੱਸਣਾ, ਜਿਵੇਂ ਆਪਾਂ ਸੈਂਟੈਂਸ ਦੇਖਦੇ ਹਾਂ ਕਿ ਹੀ ਤੋਂ ਬਾਅਦ ਕੀ ਲੱਗੇਗਾ, ਹੀ ਗੋ ਆ, ਗੋ ਦੇ ਨਾਲ ਈ ਐਸ ਲੱਗੇਗਾ। ਮੰਨ ਲਓ ਤੁਹਾਨੂੰ ਕੋਈ ਵੀ ਆ ਜਾਂਦਾ ਇਸ ਤਰ੍ਹਾਂ ਦਾ, ਇਟ ਲੱਗਾ ਹੈਗਾ ਵਾ, ਇਟ ਤੋਂ ਬਾਅਦ ਜੋ ਵੀ ਵਰਬ ਲੱਗੇਗੀ, ਵਰਬ ਦੇ ਨਾਲ ਜਿਹੜੀ ਫਸਟ ਫਾਰਮ ਦੇ ਨਾਲ ਐਸ ਜਾਂ ਈ ਐਸ ਲੱਗੂਗਾ। ਕਈ ਵਾਰ ਇਹ ਰੂਲ ਰਿਪੀਟ ਹੋ ਜਾਂਦਾ, ਇਟ ਲੱਗਾ ਹੁੰਦਾ, ਡੈਟ ਲੱਗਾ ਹੁੰਦਾ, ਦਿਸ ਲੱਗਾ ਹੁੰਦਾ, ਅੱਗੇ ਤੁਹਾਨੂੰ ਬਲੈਂਕਸ ਦਿੱਤੀ ਜਾਂਦੀ ਹੈ, ਬਲੈਂਕਸ ਵਿੱਚ ਜੋ ਵਰਬ ਲੱਗਣੀ ਹੈ ਵਰਬ ਦੇ ਨਾਲ ਐਸ ਜਾਂ ਈ ਐਸ ਜ਼ਰੂਰ ਲੱਗਣਾ, ਕੱਲਾ ਹੀ ਵਰਬ ਨਹੀਂ ਲੱਗਣਾ। ਕੋਈ ਕੱਲਾ ਵਰਬ ਆਊਗਾ ਜਿਵੇਂ ਗੋ ਜਾਂ ਪਲੇ, ਪਰ ਇਹਨਾਂ ਸਭ ਤੋਂ ਬਾਅਦ ਹੀ ਸ਼ੀ ਇਟ ਸਿੰਗੂਲਰ ਸਬਜੈਕਟ ਉਹ ਹੁੰਦਾ ਵਾ ਜੋ ਇੱਕ ਜਾਣੇ ਦੀ ਗੱਲ ਕਰਦਾ ਵਾ। ਮੈਂ ਇਹਦੇ ਵਿੱਚ ਐਡ ਕਰਨਾ ਭੁੱਲ ਗਿਆ, ਮੈਂ ਤੁਹਾਨੂੰ ਇਹ ਵੀ ਦੱਸਣਾ ਸੀ ਜਿਹੜੇ ਹੈਗੇ ਆ ਸਬਜੈਕਟ ਕਿਸ ਤਰ੍ਹਾਂ ਵਾ, ਇੱਕ ਫਸਟ ਪਰਸਨ ਹੁੰਦਾ, ਸੈਕਿੰਡ ਪਰਸਨ ਹੁੰਦਾ, ਇੱਕ ਥਰਡ ਪਰਸਨ ਹੁੰਦਾ। ਫਸਟ ਪਰਸਨ ਉਹ ਹੁੰਦਾ ਜੋ ਗੱਲ ਕਰ ਰਿਹਾ, ਜਿਵੇਂ ਆਈ, ਇੱਕ ਜਾਣੇ ਲਈ ਆਈ ਵਰਤਦੇ ਹਾਂ, ਜੇ ਮੈਂ ਜ਼ਿਆਦਾ ਜਾਣੇ ਹੋਣ ਤਾਂ ਅਸੀਂ ਵੀ ਵਰਤਾਂਗੇ। ਪਲੂਰਲ ਜਿਹੜਾ ਸਬਜੈਕਟ ਆ ਜਿਹੜਾ ਫਸਟ ਪਰਸਨ ਆ ਉਹ ਵਹੀ ਬਣੇਗਾ। ਉਸ ਤੋਂ ਬਾਅਦ ਆ ਜਾਂਦਾ ਸੈਕਿੰਡ ਪਰਸਨ, ਸੈਕਿੰਡ ਪਰਸਨ ਜਿਹਦੇ ਨਾਲ ਗੱਲ ਕਰ ਰਿਹਾ ਵਾ, ਜਿਹਦੇ ਨਾਲ ਗੱਲ ਕਰ ਰਿਹਾ ਉਹ ਸੈਕਿੰਡ ਪਰਸਨ ਹੋ ਜਾਏ, ਉਹਨੂੰ ਜਿਹੜਾ ਹੈਗਾ ਸੈਕਿੰਡ ਪਰਸਨ ਜਿਹੜਾ ਸਿੰਗੂਲਰ ਆ ਉਹ ਜੂ ਹੁੰਦਾ ਵਾ, ਜੇ ਜ਼ਿਆਦਾ ਜਾਣੇ ਹੋਣ ਤਾਂ ਉਹਦੇ ਲਈ ਵੀ ਜੂਸ ਹੁੰਦਾ ਵਾ। ਥਰਡ ਪਰਸਨ ਉਹ ਹੁੰਦਾ ਜਿਹਦੇ ਬਾਰੇ ਗੱਲ ਕਰ ਰਹੇ ਹੈਗੇ ਆ, ਜਿਹੜਾ ਥਰਡ ਪਰਸਨ ਸਿੰਗੂਲਰ ਆ ਉਹਦੇ ਵਿੱਚ ਹੀ ਸ਼ੀ ਇਟ ਰਾਮ ਸ਼ਾਮ ਬੁੱਕ, ਕੋਈ ਵੀ ਚੀਜ਼ ਕੋਈ ਵਸਤੂ ਆ ਜਾਂਦੀ, ਕਿਸੇ ਦਾ ਨਾਮ ਆ ਜਾਂਦਾ, ਕੋਈ ਵੀ ਆ ਜਾਂਦਾ। ਅਤੇ ਜਿਹੜਾ ਹੈਗਾ ਥਰਡ ਪਰਸਨ ਇੱਕ ਪਲੂਰਲ ਦੇ ਵਿੱਚ ਆ ਜਾਂਦੇ ਦੇ, ਜ਼ਿਆਦਾ ਜਾਣੇ ਆ ਜਾਂਦੇ ਆ, ਦੇ ਡੈਡ ਦੀਸ ਦੋਸ, ਰਾਮ ਸ਼ਾਮ ਰਾਮ ਐਂਡ ਸ਼ਾਮ, ਦੋ ਜਾਣੇ ਦੋ ਇੱਕ ਤੋਂ ਵੱਧ ਜੋ ਉਹ ਜਿਹੜਾ ਪਲੂਰਲ ਦੇ ਵਿੱਚ ਆ ਜਾਂਦਾ। ਹੁਣ ਹੀ ਸ਼ੀ ਇਟ ਇਹ ਸਾਰੇ ਹੈਗੇ ਆ ਥਰਡ ਪਰਸਨ ਸਿੰਗੂਲਰ ਹੈਗੇ ਆ। ਇਹਨਾਂ ਤੋਂ ਬਾਅਦ ਫਸਟ ਫਾਰਮ ਆਫ ਵਰਬ ਅਤੇ ਵਰਬ ਦੇ ਨਾਲ ਐਸ ਜਾਂ ਈ ਐਸ ਜ਼ਰੂਰ ਲੱਗਣਾ। ਉੱਥੋਂ ਅੱਗੇ ਆਉਂਦਾ ਹੈਗਾ ਵਾ ਸੇਮ ਹੀ ਰੂਲ ਇਹਦੇ ਨਾਲ ਕਿ ਆਈ ਵੀ ਜੂ ਦੇ ਐਂਡ ਪਲੂਰਲ ਸਬਜੈਕਟ। ਹੁਣ ਪਲੂਰਲ ਸਬਜੈਕਟ ਕਿਹੜੇ ਜਿੰਨੇ ਵੀ ਹੈਗੇ ਆ ਇਹ ਸਾਰਿਆਂ ਦੇ ਨਾਲ ਫਸਟ ਫਾਰਮ ਆਫ ਵਰਬ ਆਉਣੀ ਆ ਅਤੇ ਵਰਬ ਦੇ ਨਾਲ ਐਸ ਜਾਂ ਈ ਐਸ ਨਹੀਂ ਲੱਗਣਾ। ਹੁਣ ਪਲੂਰਲ ਕਿਹੜੇ ਸੀ, ਆਈ ਵੀ ਜੂ ਦੇ ਜਾਂ ਦੋ ਜਾਣੇ ਦੀ ਗੱਲ ਹੋਣੀ, ਰਾਮ ਐਂਡ ਸ਼ਾਮ, ਦੋ ਜਾਣੇ ਇਕੱਠੇ ਆਏ, ਜਿਵੇਂ ਸਾਇੰਟਿਸਟ ਐਂਡ ਹਿਜ ਕੁਲੀਗਸ। ਉਹ ਤੋਂ ਅੱਗੇ ਆਪ ਤੁਹਾਨੂੰ ਬਲੈਂਕਸ ਆ ਜਾਂਦੀ, ਉਹ ਬਲੈਂਕਸ ਵਿੱਚ ਵਰਬ ਦੀ ਫਸਟ ਫਾਰਮ ਲੱਗੂਗੀ, ਉਹਦੇ ਨਾਲ ਐਸ ਜਾਂ ਈ ਐਸ ਨਹੀਂ ਲੱਗੇਗਾ। ਠੀਕ ਹੈ, ਜੇ ਸਬਜੈਕਟ ਜਿਹੜਾ ਹੈਗਾ ਪਲੂਰਲ ਹੈਗਾ ਵਾ ਅਤੇ ਵਰਬ ਸਿੰਪਲ ਹੀ ਆਉਣੀ ਆ, ਜੇ ਸਬਜੈਕਟ ਜਿਹੜਾ ਹੈਗਾ ਸਿੰਗੂਲਰ ਹੈਗਾ ਵਾ ਅਤੇ ਵਰਬ ਦੇ ਨਾਲ ਐਸ ਜਾਂ ਈ ਐਸ ਜ਼ਰੂਰ ਲੱਗਣਾ। ਐਂਡ ਇਜ ਅੱਗੇ ਰੂਲ ਹੈਗਾ, ਐਂਡ ਇਜ ਯੂਜ਼ਡ ਟੂ ਜੁਆਇੰਟ ਸੇਮ ਫੈਮਿਲੀ ਵਰਡਸ ਪੋਜ਼ਿਟਿਵ ਔਰ ਨੈਗੇਟਿਵ। ਐਗਜ਼ਾਮਪਲ ਹੈਗੀ ਹੈ ਜਸਟਰਡੇ ਆਈ ਮੈਟ ਵਿਦ ਅ ਬਿਊਟੀਫੁਲ ਇੰਟੈਲੀਜੈਂਟ ਬਰੇਵ ਐਂਡ ਪੰਚੁਅਲ ਗਰਲ। ਹੁਣ ਐਂਡ ਦਾ ਦੱਸੀ, ਐਂਡ ਦੀ ਖਾਸੀਅਤ ਦੱਸਦੇ ਆ ਕਿ ਐਂਡ ਮੰਨ ਲਓ ਐਂਡ ਦੋ ਜਾਣਿਆਂ ਨੂੰ ਜੋੜਦਾ ਹੈਗਾ, ਮੰਨ ਲਓ ਬਲੈਂਕਸ ਤੁਹਾਨੂੰ ਆਉਂਦੀ ਹੈਗੀ ਆ, ਉਹ ਤੋਂ ਪਹਿਲਾਂ ਲਿਖਿਆ ਹੈਗਾ ਬਿਊਟੀਫੁਲ, ਅੱਗੇ ਤੁਹਾਨੂੰ ਲੱਗਾ ਐਂਡ, ਅੱਗੇ ਤੁਹਾਨੂੰ ਬਲੈਂਕਸ ਆਉਂਦੀ ਹੈ ਅਤੇ ਅੱਗੇ ਵੀ ਐਡਜੈਕਟਿਵ ਹੀ ਆਏਗਾ, ਇੱਥੇ ਵੀ ਐਡਜੈਕਟਿਵ ਯੂਜ਼ ਹੋਏਗਾ। ਠੀਕ ਹੈ, ਜੇ ਇੱਥੇ ਨਾਉਨ ਹੈ ਐਂਡ ਤੋਂ ਪਹਿਲਾਂ ਤੇ ਗਾੜੀ ਵੀ ਨਾਉਨ ਆਊਗਾ, ਜੇ ਇੱਥੇ ਵਰਬ ਹੈਗੀ ਆ ਤੇ ਐਂਡ ਲੱਗਾ ਇੱਥੇ ਤੇ ਗਾੜੀ ਵੀ ਵਰਬ ਹੀ ਆਊਗੀ। ਕਿ ਐਂਡ ਜਿਹੜੇ ਹੈਗੇ ਆ ਜੁਆਇੰਟ ਕਰਦਾ ਹੈਗਾ, ਜੋੜਦਾ ਹੈਗਾ ਸੇਮ ਫੈਮਿਲੀ ਵਰਡਸ ਜਿਹੜੇ ਉਹਨਾਂ ਨੂੰ ਜੋੜਦਾ ਹੈਗਾ, ਇਹ ਧਿਆਨ ਵਿੱਚ ਰੱਖਣਾ ਵਾ। ਐਂਡ ਤੋਂ ਅੱਗੇ ਪਿੱਛੇ ਜਿਹੜੇ ਹੈਗੇ ਆ ਸੇਮ ਜਾਂ ਤਾਂ ਦੋਵੇਂ ਐਡਜੈਕਟਿਵ ਹੋਣਗੇ, ਦੋਵੇਂ ਨਾਉਨ ਹੋਣਗੇ, ਸੇਮ ਹੋਣਗੇ,
ਪੋਜ਼ਿਟਿਵ ਹੋਣ ਜਾਂ ਨੈਗੇਟਿਵ ਹੋਣ ਸੇਮ ਹੋਣਗੇ। ਮੈਨੀ ਤੋਂ ਬਾਅਦ ਅੱਗੇ ਰੂਲ ਇਹ ਹੈਗਾ ਕਿ ਮੈਨੀ ਤੋਂ ਬਾਅਦ ਪਲੂਰਲ ਨਾਊਨ ਹੋਗਾ। ਪਲੂਰਲ ਨਾਊਨ ਕਿਹੜਾ ਹੁੰਦਾ ਵਾ? ਜਿਹਦੇ ਨਾਲ ਐਸ ਜਾਂ ਈ ਐਸ ਲੱਗਾ ਹੁੰਦਾ ਵਾ। ਮੰਨ ਲਓ ਆ ਪੈਨ ਆ, ਠੀਕ ਆ, ਪੈਨ ਆ, ਇਹ ਇੱਕੋ ਪੈਨ ਆ, ਜਾਂ ਇੱਕ ਪੈਨਸਲ ਮੰਨ ਲਓ, ਜਾਂ ਇੱਕ ਬੁੱਕ ਮੰਨ ਲਓ। ਇਹ ਕੀ ਹੋ ਗਿਆ? ਸਿੰਗੂਲਰ ਨਾਊਨ। ਸਿੰਗੂਲਰ ਨਾਊਨ ਉਹ ਹੋ ਗਿਆ ਜਿਹਦੇ ਨਾਲ ਜਿਹੜਾ ਇਕੱਲਾ ਹੋਵੇ। ਜਿਹੜਾ ਪਲੂਰਲ ਹੈਗਾ ਵਾ ਉਹਦੇ ਨਾਲ ਐਸ ਲੱਗੀ ਹੁੰਦੀ ਆ, ਠੀਕ ਹੈ ਨਾ। ਜਿਵੇਂ ਪੈਨਸ, ਬੁੱਕਸ, ਪੈਨਸਲਸ, ਇਹ ਸਾਰੇ ਹੋ ਗਏ ਪਲੂਰਲ ਨਾਊਨ। ਹੁਣ ਮੈਨੀ ਲੱਗਾ ਹੋਵੇ, ਜਦੋਂ ਵੀ ਅੱਗੇ ਤੁਹਾਨੂੰ ਬਲੈਂਕਸ ਆਈ ਹੋਵੇ, ਉਹਦੇ ਵਿੱਚ ਜੋ ਵੀ ਨਾਊਨ ਲੱਗੇਗਾ ਉਹਦੇ ਨਾਲ ਐਸ ਜਾਂ ਈ ਐਸ ਲੱਗੇਗੀ। ਮੰਨ ਲਓ ਮੈਨੀ ਤੋਂ ਬਾਅਦ ਬੁੱਕ ਲੱਗਾ ਹੈਗਾ ਵਾ, ਤੇ ਬੁੱਕ ਕੱਲਾ ਨਹੀਂ ਲੱਗੇਗਾ, ਉਹਦੇ ਨਾਲ ਐਸ ਲੱਗੇਗਾ, ਬੁੱਕਸ ਲੱਗੇਗਾ ਮੈਨੀ ਤੋਂ ਬਾਅਦ, ਠੀਕ ਹੈ ਨਾ। ਉਹ ਤੋਂ ਅੱਗੇ ਰੂਲ ਹੈਗਾ ਵਾ ਕਿ ਮੈਨੀ ਤੋਂ ਬਾਅਦ ਜੇਕਰ ਏ ਲੱਗਾ ਹੋਵੇ, ਮੈਨੀ ਤੋਂ ਅੱਗੇ ਏ ਲੱਗਾ ਹੋਵੇ, ਤਾਂ ਉਹ ਤੋਂ ਅੱਗੇ ਸਿੰਗੂਲਰ ਨਾਊਨ ਆਉਣਾ ਹੈਗਾ। ਮੈਂ ਪਿਛਲੀ ਵੀਡੀਓ ਦੇ ਵਿੱਚ ਪਾਰਟ 1 'ਚ ਦੱਸਿਆ ਸੀ, ਏ ਤੋਂ ਬਾਅਦ, ਐਨ ਤੋਂ ਬਾਅਦ, ਦਾ ਤੋਂ ਬਾਅਦ ਨਾਊਨ ਲੱਗਦਾ ਹੈਗਾ। ਤੇ ਹੁਣ ਮੈਨੀ ਤੋਂ ਬਾਅਦ ਜੇ ਏ ਆ ਜਾਵੇ, ਮੈਨੀ ਲੱਗਾ, ਅੱਗੇ ਏ ਆ ਗਿਆ, ਅੱਗੇ ਬਲੈਂਕਸ ਆ ਗਈ ਤੁਹਾਨੂੰ, ਤੇ ਸਿੰਗੂਲਰ ਨਾਊਨ ਲੱਗਣਾ ਹੈਗਾ ਵਾ ਜਿਹਦੇ ਨਾਲ ਐਸ ਜਾਂ ਈ ਐਸ ਨਹੀਂ ਲੱਗੀ ਹੋਣੀ। ਸਿੰਪਲੀ ਪੈਨ ਜਾਂ ਬੁੱਕ ਲੱਗਾ ਹੋਣਾ ਵਾ, ਉਹਦੇ ਨਾਲ ਐਸ ਨਹੀਂ ਲੱਗਣੀ, ਠੀਕ ਹੈ ਨਾ। ਜੇ ਤੇ ਮੈਨੀ ਲਾ ਕੇ ਅੱਗੇ ਬਲੈਂਕਸ ਆਈ, ਤੇ ਜਿਹੜਾ ਵਾ ਨਾਊਨ ਆ ਪਲੂਰਲ ਆਉਣਾ ਹੈ। ਤੇ ਨਹੀਂ ਤੇ ਜਿਹੜਾ ਹੈਗਾ, ਜੇ ਏ ਲੱਗੀ ਹੋਈ ਮੈਨੀ ਤੋਂ ਬਾਅਦ, ਤੇ ਫਿਰ ਸਿੰਗੂਲਰ ਨਾਊਨ ਆਉਣਾ ਹੈ। ਅੱਗੇ ਰੂਲ ਹੈਗਾ ਵਨ ਆਫ ਤੋਂ ਬਾਅਦ ਪਲੂਰਲ ਨਾਊਨ ਆਉਣਾ। ਫਿਰ ਨਾਊਨ ਉਹ ਪਲੂਰਲ ਉਹ ਹੀ ਜਿਹਦੇ ਨਾਲ ਐਸ ਜਾਂ ਈ ਐਸ ਲੱਗਾ ਹੋਵੇ। ਤੇ ਵਰਬ ਜਿਹੜੀ ਸਿੰਗੂਲਰ ਆਉਣੀ ਹੈ, ਸਿੰਗੂਲਰ ਵਰਬ ਉਹ ਆਉਣੀ ਆ ਕਿ ਵਰਬ ਦੇ ਨਾਲ ਵੀ ਐਸ ਜਾਂ ਈ ਐਸ ਨਹੀਂ ਲੱਗਣੀ, ਠੀਕ ਹੈ ਨਾ। ਵਨ ਆਫ ਤੋਂ ਬਾਅਦ ਪਲੂਰਲ ਨਾਊਨ ਆਉਣਾ ਹੈ, ਸਿੰਗੂਲਰ ਵਰਬ ਆਉਣੀ ਹੈ। ਫਾਰ, ਵਹਾਈਲ, ਬਾਏ, ਇਹਨਾਂ ਤੋਂ ਬਾਅਦ ਫਸਟ ਫਾਰਮ ਆਫ ਵਰਬ, ਤੇ ਵਰਬ ਦੇ ਨਾਲ ਆਈ ਐਨ ਜੀ ਜ਼ਰੂਰ ਲੱਗੂਗੀ। ਜਿਵੇਂ ਹੁਣ ਪਿੱਛੇ ਜੋ ਆਪਾਂ ਕੀਤੀ ਹੈਗੀ ਹੈ, ਇੱਕ ਪੈਸੇਜ ਕੀਤਾ, ਬਾਏ ਤੋਂ ਬਾਅਦ ਆਪਾਂ ਨੂੰ ਬਲੈਂਕਸ ਦਿੱਤੀ ਸੀ, ਤੇ ਬਾਏ ਤੋਂ ਬਾਅਦ ਜੋ ਬਲੈਂਕਸ ਆਈ, ਤੇ ਬਲੈਂਕਸ ਵਿੱਚ ਵਰਬ ਲੱਗੇਗੀ, ਵਰਬ ਦੇ ਨਾਲ ਆਈ ਐਨ ਜੀ ਲੱਗੇਗੀ, ਠੀਕ ਹੈ ਨਾ। ਇਹ ਰੱਖਣਾ ਮਾਈਂਡ ਵਿੱਚ। ਬਾਏ ਤੋਂ ਬਾਅਦ, ਫਾਰ ਤੋਂ ਬਾਅਦ, ਵਹਾਈਲ ਤੋਂ ਬਾਅਦ। ਮੈਂ ਇੱਕ ਪਿੱਛੇ ਰੂਲ ਦੱਸਿਆ, ਪ੍ਰੈਪੋਜੀਸ਼ਨ ਕੋਈ ਵੀ ਹੋਵੇ, ਉਹਨਾਂ ਸਾਰਿਆਂ ਤੋਂ ਬਾਅਦ ਜੋ ਹੈਗਾ ਵਾ ਵਰਬ ਦੇ ਨਾਲ ਆਈ ਐਨ ਜੀ ਲੱਗਦੀ ਆ, ਠੀਕ ਆ। ਉਹ ਤੋਂ ਅੱਗੇ ਰੂਲ ਹੈਗਾ ਵਾ ਇਟ, ਵਿਚ, ਡੈਟ, ਇਹਨਾਂ ਤੋਂ ਬਾਅਦ ਸਬਜੈਕਟ ਜਿਹੜਾ ਲੱਗਣਾ ਉਹ ਸਿੰਗੂਲਰ ਲੱਗਣਾ, ਤੇ ਵਰਬ ਜਿਹੜੀ ਆ ਪਲੂਰਲ ਲੱਗਣੀ ਹੈਗੀ। ਪਲੂਰਲ ਜਿਹੜੀ ਹੈਗੀ ਆ ਵਰਬ, ਉਹਦੇ ਨਾਲ ਐਸ ਜਾਂ ਈ ਐਸ ਲੱਗਣੀ ਹੈਗੀ, ਠੀਕ ਹੈ ਨਾ। ਇਟ, ਵਿਚ, ਡੈਟ, ਠੀਕ ਹੈ। ਇਹਨਾਂ ਸਭ ਤੋਂ ਬਾਅਦ ਸਬਜੈਕਟ ਸਿੰਗੂਲਰ, ਵਰਬ ਪਲੂਰਲ, ਇਹ ਮਾਈਂਡ ਵਿੱਚ ਰੱਖਣਾ। ਵਰਬ ਦੇ ਨਾਲ ਐਸ ਜਾਂ ਈ ਐਸ ਲੱਗਣਾ, ਜੋ ਸਬਜੈਕਟ ਲੱਗਣਾ ਵਾ ਉਹਦੇ ਨਾਲ ਐਸ ਜਾਂ ਈ ਐਸ ਨਹੀਂ ਲੱਗਣਾ, ਸਬਜੈਕਟ ਸਿੰਗੂਲਰ ਹੀ ਆਉਣਾ ਹੈਗਾ। ਜਿਵੇਂ ਇੱਟ ਲੱਗਾ, ਇੱਟ ਤੋਂ ਅੱਗੇ ਤੁਹਾਨੂੰ ਬਲੈਂਕਸ ਆ ਗਈ, ਬਲੈਂਕਸ ਵਿੱਚ ਤੁਹਾਨੂੰ ਦਿੱਤਾ ਪਲੇ, ਤੇ ਪਲੇ ਨਾਲ ਐਸ ਜ਼ਰੂਰ ਲੱਗੇਗੀ। ਕੱਲੀ ਪਲੇ ਵਾਲੀ ਆਪਸ਼ਨ ਨਹੀਂ ਚੁੱਕਣੀ, ਜਿਹਦੇ ਨਾਲ ਐਸ ਜਾਂ ਈ ਐਸ ਲੱਗਾ ਉਹ ਚੁੱਕਣੀ ਹੈਗੀ। ਇੱਟ, ਵਿੱਚ, ਡੈਟ, ਇਹ ਜਿਹੜੇ ਦਿੱਤੇ ਹੈਗੇ ਇਹਨਾਂ ਤੋਂ ਬਾਅਦ। ਹਾਂਜੀ ਵੀ ਇਹ ਜਿਹੜੇ ਹੈਗੇ ਸੀ ਆਪਣੇ ਅੱਜ ਦੇ ਰੂਲ। ਤੇ ਹੁਣ ਉਹ ਪੈਸੇਜ ਆਪਾਂ ਫੇਰ ਵੇਖਨੇ ਆ ਕਿ ਹੁਣ ਆਪਾਂ ਕਰ ਸਕਦੇ ਹਾਂ ਪੈਸੇਜ ਨੂੰ ਕਿ ਨਹੀਂ। ਹੁਣ ਸਭ ਤੋਂ ਪਹਿਲਾਂ ਦੇਖਦੇ ਹਾਂ, ਹੁਣ ਕੋਈ ਵੀ ਪੈਸੇਜ ਤੁਸੀਂ ਕਰਦੇ, ਕੋਈ ਵੀ ਮੰਨ ਲਓ ਪੈਸੇਜ ਪ੍ਰੈਕਟਿਸ ਕਰਦੇ, ਹੁਣ ਰੂਲ ਤੇ ਜਿਹੜੇ ਮੈਂ ਦੱਸੇ ਹੋਏ ਨਾ, ਜੇ ਤੇ ਤੁਸੀਂ ਇਹਨਾਂ ਨੂੰ ਯਾਦ ਕਰੋਗੇ, ਇਹ ਤੁਹਾਨੂੰ ਯਾਦ ਨਹੀਂ ਜੇ ਹੋਣੇ। ਤੇ ਇਸ ਕਰਕੇ ਤੁਸੀਂ ਕਰਨਾ ਕੀ ਆ, ਜੇਕਰ ਹੀ ਇੱਕ ਵਾਰੀ ਸਮਝ ਲੱਗ ਜਾਂਦੇ ਰੂਲ, ਠੀਕ ਆ, ਨਹੀਂ ਤੇ ਦੂਜੀ ਵਾਰ ਦੁਬਾਰਾ ਵੀਡੀਓ ਵੇਖੋ, ਤੁਹਾਨੂੰ ਦੂਜੀ ਵਾਰ ਜਿਹੜੇ ਹੋਰ ਕਲੀਅਰ ਹੋਣਗੇ। ਤੇ ਇਹਨਾਂ ਨੂੰ ਆਪਣੇ ਮਾਈਂਡ ਵਿੱਚ ਰੱਖਣਾ, ਜਦੋਂ ਵੀ ਕੋਈ ਵੀ ਪੈਸੇਜ ਕਰਨਾ ਤੇ ਉਹਦੇ ਵਿੱਚ ਵੇਖਣਾ ਕਿ ਰੂਲ ਦੇ ਅਕੋਰਡਿੰਗ ਜਿਹੜਾ ਹੈਗਾ ਵਾ। ਹੁਣ ਮੰਨ ਲਓ ਪਹਿਲੀ ਬਲੈਂਕਸ ਹੈਗੀ ਆ, ਐਜੂਕੇਸ਼ਨ ਐਂਡ ਵੈਲ ਬੀਇੰਗ ਹੈਵ ਆਫਨ ਬੀਨ। ਹੁਣ ਬੀਨ ਤੋਂ ਬਾਅਦ ਮੈਂ ਦੱਸਿਆ ਕਿ ਥਰਡ ਫਾਰਮ ਲੱਗਣੀ ਆ। ਹੁਣ ਥਰਡ ਫਾਰਮ ਜਾਂ ਤਾਂ ਇਹ ਹੋ ਸਕਦੀ ਆ, ਜਾਂ ਤੇ ਇਹ ਹੋ ਸਕਦੀ। ਬਾਕੀ ਸਾਰਿਆਂ ਦੇ ਨਾਲ ਆਈ ਐਨ ਜੀ ਲੱਗੀ ਆ, ਤੇ ਇਸ ਕਰਕੇ ਬਾਕੀ ਕੀ ਹੋ ਗਈਆਂ, ਸਭ ਤੋਂ ਪਹਿਲਾਂ ਕਿ ਐਲੀਮੀਨੇਟ ਕਰ ਦੇਣਾ। ਬਾਕੀ ਐਲੀਮੀਨੇਟ ਕਰ ਦੇਣਾ, ਉਹਨਾਂ ਨੂੰ ਕੱਢ ਦੇਣਾ ਕਿ ਇਹਨਾਂ ਦੋਵਾਂ 'ਚ ਹੋ ਸਕਦੀ। ਹੁਣ ਪਹਿਲੀ 'ਚ ਤੇ ਦੋਵਾਂ 'ਚੋਂ ਬਾਅਦ ਹੁਣ ਜੋ ਹੈਗਾ ਹੈ ਸੈਂਟੈਂਸ, ਉਹਦੀ ਪੰਜਾਬੀ ਬਣਾਉਣੀ ਹੈ, ਪੰਜਾਬੀ ਬਣਾ ਕੇ ਉਹਨੂੰ ਸਮਝ ਕੇ ਤੇ ਫਿਰ ਵੇਖਣਾ ਸੈਂਸ ਦੇ ਅਕੋਰਡਿੰਗ ਜਿਹੜਾ ਸ਼ੂਟੇਬਲ ਕਿਹੜੀ ਹੈਗੀ ਆ, ਫਿਰ ਉਹਨੂੰ ਉੱਥੇ ਫਿੱਟ ਕਰ ਦੇਣਾ, ਪੁੱਟ ਕਰ ਦੇਣਾ। ਹੁਣ ਐਜੂਕੇਸ਼ਨ ਐਂਡ ਵੈਲ ਬੀਇੰਗ ਹੈਵ ਆਫਨ ਬੀਨ, ਡਿਸਕ੍ਰਿਮੀਨੇਟਡ ਤੇ ਆਏਗਾ ਹੀ ਨਹੀਂ, ਐਸੋਸੀਏਟਡ ਆਏਗਾ। ਐਸੋਸੀਏਟਡ ਮਤਲਬ ਸੰਬੰਧਿਤ ਹੈਗੇ ਨੇ, ਉਹਨਾਂ ਦਾ ਆਪਸ ਵਿੱਚ ਸੰਬੰਧ ਹੈਗਾ। ਦਾ ਆਈਡੀਆ ਡੈਟ ਐਜੂਕੇਸ਼ਨ ਕੈਨ ਪ੍ਰਮੋਟ ਇੰਡੀਵਿਜੂਅਲ ਵੈਲ ਬੀਇੰਗ ਇਨਡਾਇਰੈਕਟਲੀ ਬਾਏ। ਹੁਣ ਬਾਏ ਤੋਂ ਬਾਅਦ ਮੈਂ ਦੱਸਿਆ ਸੀ ਵਰਬ ਦੇ ਨਾਲ ਆਈ ਐਨ ਜੀ ਲੱਗੇਗਾ।
ਠੀਕ ਹੈ ਨਾ। ਇਨਡਾਇਰੈਕਟਲੀ ਬਾਏ, ਹੁਣ ਬਾਏ ਤੋਂ ਬਾਅਦ ਜਿਹੜੀ ਵਰਬ ਦੇ ਨਾਲ ਆਈ ਲੱਗਣੀ ਹੈ, ਜਾਂ ਤੁਹਾਨੂੰ ਇਹ ਲੱਗ ਸਕਦੀ ਆ, ਸੈਕਿੰਡ ਵੀ ਲੱਗ ਸਕਦੀ ਆ, ਡੈਮੋਸਟ੍ਰੇਟਿੰਗ ਵੀ ਲੱਗ ਸਕਦਾ, ਕੰਟਰੀਬਿਊਟਿੰਗ। ਇਹ 4 ਆ ਗਈਆਂ ਹੁਣ ਆਪਣੇ ਕੋਲ। ਹੁਣ ਚੌਂ ਵਿੱਚ ਵੇਖਣੀ ਹੈ ਸੈਂਸ ਦੇ ਅਕੋਰਡਿੰਗ। ਹੁਣ ਜੋ ਵੀ ਸੈਂਟੈਂਸ ਆ ਉਹਦੀ ਪੰਜਾਬੀ ਬਣਾਉਣੀ ਹੈਗੀ, ਪੰਜਾਬੀ ਬਣਾ ਕੇ ਉਹਨੂੰ ਸਮਝਣਾ, ਆਪਣੀ ਭਾਸ਼ਾ ਦੇ ਵਿੱਚ ਕਨਵਰਟ ਕਰਨਾ ਵਾ। ਉਹਦਾ ਮੇਨ ਫੋਕਸ ਵੇਖਣਾ ਉਹ ਗੱਲ ਕਾਹਦੇ ਬਾਰੇ ਪੈਸੇਜ ਕਰਨ ਦਿਆ ਵਾ, ਕਿਹਦੇ ਬਾਰੇ ਜਿਹੜੀ ਗੱਲ ਹੋ ਰਹੀ ਆ। ਕਿਉਂਕਿ ਜੇ ਤੁਸੀਂ ਥੋੜ੍ਹਾ ਬਹੁਤਾ ਉਹਦੇ ਸਮਝੋਗੇ ਨਾ ਕਿ ਗੱਲ ਕਾਹਦੇ ਬਾਰੇ ਹੋ ਰਹੀ ਹੈ ਪੈਸੇਜ ਦੇ ਵਿੱਚ, ਕਿਹਦੇ ਬਾਰੇ ਗੱਲ ਕਰ ਰਿਹਾ ਵਾ, ਤੇ ਫਿਰ ਤੁਹਾਨੂੰ ਜਿਹੜਾ ਤੁੱਕਾ ਵੀ ਲਾਓਗੇ ਨਾ ਥੋੜ੍ਹਾ ਜਿਹਾ ਸਹੀ ਲਾ ਸਕੋਗੇ। ਜੇਕਰ ਤੁਸੀਂ ਸਮਝੋਗੇ ਨਾ ਉਹਨੂੰ ਪਹਿਲਾਂ ਪੰਜਾਬੀ ਵਿੱਚ ਪੈਸੇਜ ਨੂੰ ਵੀ ਕਾਹਦੇ ਬਾਰੇ ਗੱਲ ਹੁੰਦੀ, ਤੇ ਫਿਰ ਔਖਾ ਹੋਊਗਾ, ਤੇ ਫਿਰ ਤੇ ਰੱਬ ਆਸਰਾ ਹੀ ਆਪਸ਼ਨ ਲੱਗੂਗੀ। ਪਰ ਥੋੜ੍ਹਾ ਜਿਹਾ ਧਿਆਨ ਦਿਓਗੇ ਗ੍ਰਾਮਰ ਰੂਲ ਵੇਖ ਕੇ ਕਿ ਹੁਣ ਇੱਥੇ ਵਾਲੀ ਕੋਈ ਵਰਬ ਲੱਗਣੀ ਹੈ, ਇਹਨਾਂ ਚੌਵਾਂ ਵਿੱਚ ਲੱਗਣੀ ਹੈ ਕੋਈ। ਹੁਣ ਸਾਰੀਆਂ ਦੇਖੋ ਇੱਥੇ ਫਿੱਟ ਕਿਹੜੀ ਬੈਠਦੀ ਹੈ। ਦਾ ਆਈਡੀਆ ਡੈਟ ਐਜੂਕੇਸ਼ਨ ਕੈਨ ਪ੍ਰਮੋਟ, ਉਤਸ਼ਾਹਿਤ ਕਰ ਸਕਦਾ ਇੰਡੀਵਿਜੂਅਲ ਵੈਲਬੀਂਗ ਇਨਡਾਇਰੈਕਟਲੀ, ਅਸਿੱਧੇ ਤੌਰ 'ਤੇ ਬਾਏ ਇੰਪਰੂਵਿੰਗ ਕਰਕੇ, ਇੰਪਰੂਵ ਕਰਕੇ ਅਰਨਿੰਗਸ ਜਿਹੜੀਆਂ ਹੈਗੀਆਂ, ਅਰਨਿੰਗ ਨੂੰ ਇੰਪਰੂਵ ਕਰਕੇ ਵਧਾ ਕੇ। ਐਂਡ ਪ੍ਰਮੋਟਿੰਗ, ਪ੍ਰਮੋਟਿੰਗ ਤੋਂ ਗਾੜੀ ਦਿੱਤਾ ਵਾ ਥਰਡ ਬਲੈਂਕਸ। ਹੁਣ ਪ੍ਰਮੋਟਿੰਗ ਹੈਗੀ ਆ ਵਰਬ, ਵਰਬ ਤੋਂ ਅੱਗੇ ਵਰਬ ਦੁਬਾਰਾ ਫੇਰ ਨਹੀਂ ਆਊਗੀ, ਇਸ ਕਰਕੇ ਜਾਂ ਇੱਥੇ ਸੋਸ਼ਲ ਆਊਗਾ ਤੇ ਜਾਂ ਇੱਥੇ ਲੋਕਲ ਆਊਗਾ। ਹੁਣ ਲੋਕਲ ਇੱਥੇ ਫਿੱਟ ਨਹੀਂ ਬੈਠਦਾ, ਇਸ ਕਰਕੇ ਇੱਥੇ ਸੋਸ਼ਲ ਆਊਗਾ। ਪ੍ਰਮੋਟਿੰਗ ਸੋਸ਼ਲ ਮੋਬਿਲਿਟੀ ਇਜ਼ ਐਨ ਓਲਡ ਵਨ, ਸੋ ਆਰ ਨੋਸ਼ਨਸ ਆਫ ਐਜੂਕੇਸ਼ਨ ਹੈਲਪਿੰਗ ਟੂ ਪ੍ਰਮੋਟ ਦਾ ਗੁੱਡ ਸੁਸਾਇਟੀ ਬਾਏ। ਹੁਣ ਬਾਏ ਤੋਂ ਬਾਅਦ ਫੇਰ ਕਿਹੜੀਆਂ ਕਿਹੜੀਆਂ ਬਚ ਗਈਆਂ, ਰੀਸ਼ੋਰਟਿੰਗ ਬਚ ਗਈ, ਡੈਮੋਸਟ੍ਰੇਟਿੰਗ, ਕੰਟਰੀਬਿਊਟਿੰਗ, ਇਹ ਤਿੰਨੇ ਬਚ ਗਈਆਂ, ਤਿੰਨਾਂ 'ਚ ਇੱਕ ਆਊਗੀ। ਹੁਣ ਡੈਮੋਸਟ੍ਰੇਟਿੰਗ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਦਰਸਾਉਣਾ ਜਾਂ ਪ੍ਰਭਾਸ਼ਿਤ ਕਰਨਾ, ਹੁਣ ਇਹ ਤੇ ਆਊਗੀ ਨਹੀਂ। ਰੀਸ਼ੋਰਟਿੰਗ ਵੀ ਨਹੀਂ ਆਏਗੀ, ਕਿਉਂ ਨਹੀਂ ਆਊਗੀ, ਕਿਉਂਕਿ ਉੱਥੇ ਸੁਸਾਇਟੀ ਦੀ ਗੱਲ ਹੋ ਰਹੀ ਆ, ਤੇ ਇਹ ਦੋਵੇਂ ਨਹੀਂ ਆਉਣਗੀਆਂ। ਤੇ ਕੰਟਰੀਬਿਊਟਿੰਗ ਆ ਸਕਦਾ ਹੈਗਾ, ਕੰਟਰੀਬਿਊਟਿੰਗ ਦਾ ਮਤਲਬ ਹੁੰਦਾ ਕਿ ਚੀਜ਼ 'ਚ ਯੋਗਦਾਨ ਦੇਣਾ। ਸੁਸਾਇਟੀ, ਗੁੱਡ ਸੁਸਾਇਟੀ ਬਾਏ ਯੋਗਦਾਨ ਦੇਣਾ ਟੂ ਇਕਨੋਮਿਕ ਗਰੋਥ ਐਂਡ ਇਕੁਆਲਿਟੀ ਆਫ ਓਪਰਚੁਨਿਟੀ, ਠੀਕ ਹੈ ਨਾ। ਕਿ ਨੋਸ਼ਨਸ ਆਫ ਐਜੂਕੇਸ਼ਨ ਹੈਲਪਿੰਗ ਕਰਦੇ ਟੂ ਪ੍ਰਮੋਟ ਕਰ ਲਈ, ਉਤਸ਼ਾਹਿਤ ਕਰ ਲਈ ਦਾ ਗੁੱਡ ਸੁਸਾਇਟੀ ਨੂੰ ਬਾਏ ਯੋਗਦਾਨ ਦੇ ਕੇ ਇਕਨੋਮਿਕ ਗਰੋਥ ਵਿੱਚ, ਐਂਡ ਇਕੁਆਲਿਟੀ ਜਿਹੜੀ ਹੈਗੀ ਆ ਆਫ ਓਪਰਚੁਨਿਟੀ, ਉਹਦੇ ਵਿੱਚ ਜਿਹੜਾ ਹੈਗਾ ਵਾ ਯੋਗਦਾਨ ਦੇਗੀ। ਹੁਣ ਇਹਦੇ ਪੈਸੇਜ ਵਿੱਚ ਤੁਸੀਂ ਵੇਖਿਆ ਕਿ ਸਿੱਧੇ ਸਿੱਧੇ ਗ੍ਰਾਮਰ ਰੂਲ ਦੇ ਅਕੋਰਡਿੰਗ ਜਿਹੜਾ ਹੈਗਾ ਵਾ, ਸਿੱਧਾ ਹੀ ਤੁਸੀਂ ਜਿਹੜੀਆਂ ਬਾਕੀ ਨੂੰ ਐਲੀਮੀਨੇਟ ਕਰ ਦੇਣਾ ਵਾ, ਬਾਜਾ ਸੈਂਸ ਦੇ ਅਕੋਰਡਿੰਗ ਜਿਹੜੀ ਸ਼ੂਟੇਬਲ ਹੈਗੀ ਆ ਉਹਨੂੰ ਜਿਹੜਾ ਪੁੱਟ ਕਰ ਦੇਣਾ ਹੈਗਾ। ਇਸ ਕਰਕੇ ਗ੍ਰਾਮਰ ਰੂਲ ਜਦੋਂ ਵੀ ਕੋਈ ਵੀ ਪੈਸੇਜ ਕਰਨਾ ਵਾ, ਇਹ ਰੂਲ ਜਿਹੜੇ ਹੈਗੇ ਆ ਇਹਨਾਂ ਨੂੰ ਜ਼ਰੂਰ ਫੋਲੋ ਕਰਨਾ ਇਹਨਾਂ ਨੂੰ। ਤੇ ਹੁਣ ਮੰਨ ਲਓ ਇਹ ਇਹਨਾਂ ਦੇ ਆਨਸਰ ਹੈਗੇ ਆ, ਦੇਖ ਲੈਂਦੇ ਆਪਾਂ ਸਾਰੇ ਆਨਸਰ ਆਪਣੇ ਸਹੀ ਹੀ ਗ੍ਰਾਮਰ ਰੂਲ ਦੇ ਅਕੋਰਡਿੰਗ। ਅੱਗੇ ਦੇਖਦੇ ਹਾਂ, ਹੁਣ ਮੰਨ ਲਓ ਇਸ ਤਰ੍ਹਾਂ ਦਾ ਪੈਸੇਜ ਵੀ ਕਈ ਵਾਰ ਆ ਜਾਂਦਾ ਵਾ। ਹੁਣ ਇਹਦੇ ਵਿੱਚ ਨਾ ਤਾਂ ਤੁਹਾਨੂੰ ਕੋਈ ਵਰਬ ਦਿੱਤੀ ਹੈ, ਕੋਈ ਵਰਬ ਨਹੀਂ ਦਿੱਤੀ ਜੀ, ਨਾ ਕਿਸੇ ਦੇ ਨਾਲ ਈਡੀ ਫਾਰਮ ਲੱਗਾ ਹੈ, ਨਾ ਕੋਈ ਥਰਡ ਫਾਰਮ ਆ, ਨਾ ਕੋਈ ਫਸਟ ਫਾਰਮ ਆ, ਨਾ ਕੋਈ ਤੁਹਾਨੂੰ ਇੱਥੇ ਵਰਬ ਦੇ ਨਾਲ ਦਿੱਤਾ। ਹੁਣ ਇੱਥੇ ਹੀ ਕਰਨਾ, ਇਸ ਤਰ੍ਹਾਂ ਦੇ ਪੈਸੇਜ ਵੀ ਕਈ ਵਾਰ ਆ ਜਾਂਦੇ ਆ। ਤੇ ਹੁਣ ਇੱਥੇ ਬੰਦਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਯਾਰ, ਕਿ ਪੀਟੀ ਸਮਝ ਲੈਂਦਾ ਯਾਰ ਪੀਟੀ ਔਖੀ ਹੈ, ਇੱਥੇ ਆ ਕੇ ਜਦੋਂ ਇਸ ਤਰ੍ਹਾਂ ਦੇ ਪੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ। ਪਰ ਇੱਥੇ ਤੁਸੀਂ ਕਰਨਾ ਵਾ, ਇੱਥੇ ਹੁਣ ਮੈਂ ਤੁਹਾਨੂੰ ਦੱਸਿਆ ਰੂਲ ਦੇ ਅਕੋਰਡਿੰਗ ਦਾ ਤੋਂ ਬਾਅਦ ਨਾਉਨ ਲੱਗਣਾ, ਏ ਤੋਂ ਬਾਅਦ ਨਾਉਨ ਲੱਗਣਾ। ਆ ਹੈਲਥ, ਗਲੋਬਲ ਹੈਲਥ, ਇਹ ਇਕੱਠਾ ਵਰਡ ਆ, ਇਹ ਵੀ ਨਾਉਨ ਆ। ਹੁਣ ਦੈਮ ਤੋਂ ਬਾਅਦ ਵੀ ਨਾਉਨ ਲੱਗੇਗਾ ਜਾਂ ਐਡਜੈਕਟਿਵ ਲੱਗੇਗਾ। ਹੁਣ ਤੁਸੀਂ ਇੱਥੇ ਕੀ ਦੇਖਣਾ, ਨਾਉਨ ਇਹਨਾਂ 'ਚੋਂ ਕਿਹੜਾ, ਇਹ ਵੀ ਨਾਉਨ ਆ, ਇਹ ਵੀ ਨਾਉਨ ਆ, ਇਹ ਵੀ ਨਾਉਨ ਆ। ਹੁਣ ਇੱਕ ਇੱਥੇ ਜਿਹੜੀ ਮੁਸ਼ਕਲ ਇਹ ਆਉਂਦੀ ਕਿ ਨਾਉਨ ਨਹੀਂ ਪਤਾ ਲੱਗਦਾ, ਕਿਉਂਕਿ ਹੁਣ ਐਡਾ ਸੌਖਾ ਨਾਉਨ ਇੱਥੇ ਆਉਣਾ ਨਹੀਂ ਕਿ ਜਾਂ ਪੈਨ ਲਿਖਿਆ ਹੋਵੇ ਤਾਂ ਆਪਾਂ ਪਛਾਣ ਲਈਏ ਪੈਨ ਨਾਉਨ ਹੁੰਦਾ। ਹੁਣ ਇੱਥੇ ਹੀ ਕਰਨਾ ਤੁਸੀਂ ਕਿ ਅਗਲੀ ਵੀਡੀਓ ਦੇ ਵਿੱਚ ਮੈਂ ਇਸੇ ਪੈਸੇਜ ਦੇ ਅਕੋਰਡਿੰਗ ਜਿਹੜਾ ਹੈਗਾ ਮੈਂ ਤੁਹਾਨੂੰ ਇਹ ਦੱਸੂਗਾ ਕਿ ਨਾਉਨ ਕਿਹੜੇ ਕਿਹੜੇ ਹੁੰਦੇ ਆ, ਐਡਜੈਕਟਿਵ ਕਿਹੜੇ ਹੁੰਦੇ ਆ, ਐਡਵਰਬ ਕਿਹੜੇ ਹੁੰਦੇ ਆ। ਹੁਣ ਨਾਉਨ ਉਹ ਹੁੰਦੇ ਆ ਜਿਹਦੇ ਨਾਲ TION ਲੱਗਾ ਹੁੰਦਾ, ਜਿਵੇਂ ਆਵੇ ਲਾਸਟ 'ਤੇ TION ਲੱਗਾ ਵਾ, ਜਾਂ ਲਾਸਟ 'ਤੇ ਵਰਡ ਦੇ ਮੈਂਟ ਲੱਗਾ ਹੋਵੇ, ਜਾਂ SION ਲੱਗਾ ਹੋਵੇ, ਉਹ ਸਾਰੇ ਨਾਉਨ ਹੁੰਦੇ ਆ। ਐਡਜੈਕਟਿਵ ਉਹ ਹੁੰਦੇ ਆ ਜਿਨ੍ਹਾਂ ਦੇ ਲਾਸਟ 'ਤੇ ਲੈਸ ਲੱਗਾ ਹੋਵੇ। ਇਸ ਤਰ੍ਹਾਂ ਵੱਖੋ ਵੱਖਰੇ ਵਰਡ ਹੈਗੇ ਆ, ਅਤੇ ਉਹ ਪਛਾਣ ਕਰਕੇ ਤੁਸੀਂ ਜਿਹੜਾ ਹੈਗਾ ਵਾ ਇਸ ਤਰ੍ਹਾਂ ਦੇ ਪੈਸੇਜ ਵੀ ਕਵਰ ਕਰ ਸਕਦੇ ਹੋ। ਅਗਲੀ ਵੀਡੀਓ ਦੇ ਇਹ ਜਿਹੜੀ ਸੀਰੀਜ਼ ਚੱਲ ਰਹੀ ਹੈ ਰੀਡਿੰਗ ਟਿਪਸ ਦੀ, ਅਗਲੀ ਵੀਡੀਓ ਦੇ ਵਿੱਚ ਜਿਹੜਾ ਹੈਗਾ ਵਾ ਆਪਾਂ ਇਹਦੇ ਬਾਰੇ ਡਿਸਕਸ ਕਰਾਂਗੇ, ਕਿਵੇਂ ਤੁਸੀਂ ਜਿਹੜਾ ਵਾ ਨਾਉਨ ਨੂੰ ਲੱਭਣਾ ਵਾ, ਕਿਵੇਂ ਕੀ ਉਹਦੀ ਪਛਾਣ ਹੈਗੀ ਨਾਉਨ ਦੀ। ਸੋ ਜੇਕਰ ਤੇ ਵੀਡੀਓ ਪਸੰਦ ਲੱਗੀ ਹੋਵੇ ਜਾਂ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਤਾਂ ਜ਼ਰੂਰ ਲਾਈਕ ਕਰਿਓ। ਜੇ ਨਹੀਂ ਕੁਝ ਚੰਗਾ ਲੱਗਾ ਡਿਸਲਾਈਕ ਵੀ ਕਰ ਸਕਦੇ ਹੋ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਜਿਹੜੀ ਨਵੀਂ ਵੀਡੀਓ ਜਿਹੜੀ ਹੁਣ ਮੈਂ ਥਰਡ ਪਾਰਟ ਜਿਹੜਾ ਹੁਣ ਅਪਲੋਡ ਕਰੂੰਗਾ, ਅਤੇ ਬੈਲ ਆਈਕਨ ਨੂੰ ਜਿਹੜਾ ਹੈਗਾ ਵਾ ਨਾਲ
ਉਹਨੂੰ ਦਬਾਉਣ ਨਾਲ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਜਿਹੜਾ ਮਿਲ ਜੂਗਾ। ਜੇਕਰ ਤੁਸੀਂ ਬੈਲ ਆਈਕਨ ਨਹੀਂ ਦਬਾਓਗੇ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲੂਗਾ, ਤੇ ਜੇ ਦਬਾਓਗੇ ਸਬਸਕ੍ਰਾਈਬ ਕਰਕੇ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਆਪਣੇ ਆਪ ਆ ਜਾਊਗਾ। ਤੇ ਫਿਰ ਮੈਨੂੰ ਜਿਹੜਾ ਹੈਗਾ ਵਾ ਜਿਹੜਾ ਇੱਕ ਪਹਿਲਾ ਪਾਰਟ ਬਣਾਇਆ ਮੈਂ ਉਹਦਾ ਜਿਹੜਾ ਲਿੰਕ ਡਿਸਕ੍ਰਿਪਸ਼ਨ 'ਚ ਜ਼ਰੂਰ ਦੇ ਦੂੰਗਾ, ਤਾਂ ਜੋ ਤੁਸੀਂ ਉਹ ਵੀ ਦੇਖ ਲਿਓ। ਇਹ ਸੈਕਿੰਡ ਪਾਰਟ ਸੀ। ਹੁਣ ਥਰਡ ਪਾਰਟ ਦੇ ਵਿੱਚ ਆਪਾਂ ਆਹ ਜਿਹੜਾ ਪੈਸੇਜ ਆ ਇਹਦੇ ਬਾਰੇ ਸਾਰਾ ਹੀ ਡਿਸਕਸ ਕਰਾਂਗੇ ਕਿ ਇਸ ਤਰ੍ਹਾਂ ਦੇ ਪੈਸੇਜ ਆਉਣ ਤੇ ਉਹ ਕਿਸ ਤਰ੍ਹਾਂ ਕਵਰ ਕਰਨੇ ਆ। ਇਹ ਹੌਲੀ ਹੌਲੀ ਜੋ ਵੀ ਆਪਦੀ ਪ੍ਰੋਬਲਮ ਹੋਈ, ਤੁਹਾਨੂੰ ਜੋ ਵੀ ਔਖਾ ਲੱਗਦਾ ਆ ਉਹ ਮੈਨੂੰ ਦੱਸ ਦਿਓ, ਉਹਦੇ ਅਕੋਰਡਿੰਗ ਆਪਾਂ ਵੀਡੀਓ ਬਣਾ ਲਿਆ ਕਰਾਂਗੇ। ਮੈਨੂੰ ਕਮੈਂਟ ਵਿੱਚ ਦੱਸ ਦਿਓ ਕਿ ਹਾਂ ਵੀ ਇਸ ਵਾਸਤੇ ਵੀਡੀਓ ਚਾਹੀਦੀ ਆ। ਸੋ ਮਿਲਦੇ ਆ ਅਗਲੀ ਵੀਡੀਓ ਵਿੱਚ, ਤਦ ਤੱਕ ਬਾਏ ਬਾਏ।